ਸਮੁੰਦਰੋਂ ਨਿਕਲੇ, ਨੇਤਾ ਪਾਇਆ ਬਾਸ਼ਕ ਨਾਗ ਦਾ। 14 ਰਤਨ ਸਮੁੰਦਰੋਂ ਨਿਕਲੇ, ਨੇਤਾ ਪਾਇਆ ਬਾਸ਼ਕ ਨਾਗ ਦਾ। 14 ਰਤਨ ਸਮੁੰਦਰੋਂ ਨਿਕਲੇ, ਨੇਤਾ ਪਾਇਆ ਬਾਸ਼ਕ ਨਾਗ ਦਾ। ਰਤਨ ਸਮੁੰਦਰੋਂ ਨਿਕਲੇ, ਨੇਤਾ ਪਾਇਆ ਬਾਸ਼ਕ ਨਾਗ ਦਾ। ਪਿਆਰੇ ਨੇਤਾ ਪਾਇਆ ਬਾਸ਼ਕ ਨਾਗ ਦਾ। ਮੇਰੇ ਪਿਆਰੇ ਨੇਤਾ ਪਾਇਆ ਬਾਸ਼ਕ ਨਾਗ ਦਾ। ਮੇਰੇ ਪਿਆਰੇ ਨੇਤਾ ਪਾਇਆ ਬਾਸ਼ਕ ਨਾਗ ਦਾ। ਮੇਰੇ ਪਿਆਰੇ ਨੇਤਾ ਪਾਇਆ ਬਾਸ਼ਕ ਨਾਗ ਦਾ। 14 ਰਤਨ ਸਮੁੰਦਰੋਂ ਨਿਕਲੇ, ਨੇਤਾ ਪਾਇਆ ਬਾਸ਼ਕ ਨਾਗ ਦਾ। 14 ਰਤਨ ਸਮੁੰਦਰੋਂ ਨਿਕਲੇ, ਨੇਤਾ ਪਾਇਆ ਬਾਸ਼ਕ ਨਾਗ ਦਾ। 14 ਰਤਨ ਸਮੁੰਦਰੋਂ ਨਿਕਲੇ, ਨੇਤਾ ਪਾਇਆ ਬਾਸ਼ਕ ਨਾਗ ਦਾ। ਰਤਨ ਸਮੁੰਦਰੋਂ ਨਿਕਲੇ, ਨੇਤਾ ਪਾਇਆ ਬਾਸ਼ਕ ਨਾਗ ਦਾ। ਆਲਾ ਵਿੱਚ ਤੇ ਬਸਤ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਜਿਤ ਖਾਦੇ ਮਨ ਤ੍ਰਿਪਤੀਆ, ਪਾਈਏ ਮੁਖ ਦੀਵਾਰ। ਇਹੋ ਭੋਜਨ ਲਾਭੈ ਸੰਤ, ਲੱਭੈ ਗੁਰ ਵਿਚਾਰ। ਇਹੋ ਮਧਾਵਣ ਵਿੱਚੋਂ ਕੱਢਿਆ, ਸਦਾ ਰੱਖੀਏ ਉਰਦਾਰ। 14 ਰਤਨ ਸਮੁੰਦਰੋਂ ਨਿਕਲੇ, ਨੇਤਾ ਪਾਇਆ ਬਾਸ਼ਕ ਨਾਗ ਦਾ। 14 ਰਤਨ ਸਮੁੰਦਰੋਂ ਨਿਕਲੇ, ਨੇਤਾ ਪਾਇਆ ਬਾਸ਼ਕ ਨਾਗ ਦਾ। 14 ਰਤਨ ਸਮੁੰਦਰੋਂ ਨਿਕਲੇ, ਨੇਤਾ ਪਾਇਆ ਬਾਸ਼ਕ ਨਾਗ ਦਾ। 14 ਰਤਨ ਸਮੁੰਦਰੋਂ ਨਿਕਲੇ, ਪਾਇਆ ਬਾਸ਼ਕ ਨਾਗ ਦਾ। ਨੇਤਾ ਪਾਇਆ ਜੀ 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 ਬਾਸ਼ਕ ਨਾਗ ਦਾ। ਨੇਤਾ ਪਾਇਆ ਜੀ
राम कहत जन कस न तरੈ तारियले गन का बन रूप कुबजा ब्याद अजामल तारियले चरण बदक जन ते हो मगत पाए हो बल बल जन राम कहे दासी सुत जन बिदरस दामा उगर सैनिक राज दिए जापहीन तापहीन कौलहीन कारमहीन नामे के स्वामी तेहो तरे नाम देव दी पढ़ाई जपरी तने दिया गवा नाम देव दी पढ़ाई जपरी तने दिया गवा चारिया नाम देव दी पढ़ाई जपरी तने दिया गवा चारिया देव दी पढ़ाई जपरी तने दिया गवा चारिया मेरे प्यारे तने दिया गवा चारिया मेरे प्यारे तने दिया गवा चारिया मेरे प्यारे तन्ने दिया गवा चारिया मेरे प्यारे तन्ने दिया गवा चारिया मेरे प्यारे तने दिया गवा चारिया मेरे प्यारे तने दिया गवा चारिया मेरे प्यारे तन्ने दिया गवा चारिया मेरे प्यारे तन्ने दिया गवा चारिया नाम देव दी पढ़ाई जपरी तने दिया गवा नाम देव दी पढ़ाई जपरी तने दिया गवा चारिया देव दी पढ़ाई जपरी तन्ने दिया गवा चारिया देव दी पढ़ाई जपरी तन्ने दिया गवा चारिया ਗੁਰੂ ਰੂਪ ਸਾਧ ਸੰਗਤ ਜੀਓ ਜਿਹੜਾ ਆਪਾਂ ਨੂੰ ਅੱਜ ਸਮਾਂ ਪ੍ਰਾਪਤ ਹੋਇਆ ਹੈ ਇਹ ਆਪਾਂ ਨੂੰ ਉਸ ਵਕਤ ਪ੍ਰਾਪਤ ਹੁੰਦਾ ਹੈ ਭਾਈ ਜਿਸ ਵਕਤ ਆਪਣੇ ਮੱਥੇ ਦੇ ਭਾਗ ਅਤੀ ਚੰਗੇ ਹੁੰਦੇ ਹੋਣ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਤੇ ਆਪਣੇ ਵੱਡੇ ਮਹਾਂਪੁਰਸ਼ਾਂ ਨੇ ਆਪਣੇ ਸਰੀਰ ਨੂੰ ਕਾਹਟਾਂ ਤਕਲੀਫਾਂ ਦੇ ਕਰਕੇ ਪਾਈ ਤਦ ਇਸ ਮਾਰਗ ਨੂੰ ਚਲਾਇਆ ਪਹਿਲਾਂ ਵੀ ਉਸ ਅਕਾਲ ਪੁਰਖ ਜੀ ਉਹਨਾਂ ਦੀ ਕਿਰਪਾ ਦੇ ਨਾਲ ਵੱਡੇ ਮਹਾਂਪੁਰਖ ਸੰਗਤਾਂ ਦੇ ਵਿੱਚ ਵਿਚਰ ਕੇ ਪਾਈ ਸੰਗਤਾਂ ਦੇ ਕਾਜ ਰਾਸ ਕਰਿਆ ਕਰਦੇ ਸਨ ਤੇ ਅੱਜ ਵੀ ਕਰ ਰਹੇ ਹਨ ਤੇ ਦੂਸਰੇ ਪਾਸੇ ਮਾਤਾ ਗੁਰਮੇਜ ਕੌਰ ਦੇ ਤਥਾ ਸਾਰੇ ਪਰਿਵਾਰ ਨੇ ਰਲ ਮਿਲ ਕੇ ਪਾਈ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਕੇ ਸਤਿਗੁਰੂ ਜੀ ਦੇ ਚਰਨ ਅਤੇ ਸਾਧ ਸੰਗਤ ਜੀ ਦੇ ਚਰਨ ਪਵਾ ਕਰਕੇ ਆਪਣੇ ਗ੍ਰਹਿ ਨੂੰ ਪਵਿੱਤਰ ਕਰਵਾਇਆ ਇੱਥੇ ਵੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਭਾਈ ਅਤੇ ਦਰਗਾਹ ਦੇ ਵਿੱਚ ਵੀ ਆਪਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਜੋ ਬ੍ਰਹਮੰਡ ਸੋਈ ਪਿੰਡ ਜੋ ਖੋਜੇ ਸੋ ਪਾਵੈ ਪੀਪਾ ਪਰਣਵੈ ਪਰਮ ਤਤ ਸਤਿਗੁਰ ਹੋਏ ਦਿਖਾਵੈ ਆਓ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਕੁਝ ਸਮੇਂ ਵਾਸਤੇ ਗੁਰੂ ਘਰ ਦੀ ਵਿਚਾਰ ਕਰਨੀ ਹੈ ਅਤੇ ਰਲ ਮਿਲ ਕੇ ਸਾਧ ਸੰਗਤ ਕਰਨੀ ਹੈ ਪੁੱਤਰਾਂ ਤੋਂ ਬਗੈਰ ਜਗ ਸੁਨਾਏ ਰਾਜਾ ਰਾਮ ਹੱਥ ਜੋੜਦਾ ਪੁੱਤਰਾਂ ਤੋਂ ਬਗੈਰ ਜਗ ਸੁਨਾਏ ਰਾਜਾ ਰਾਮ ਹੱਥ ਜੋੜਦਾ ਪੁੱਤਰਾਂ ਤੋਂ ਬਗੈਰ ਜਗ
ਪ੍ਰਾਪਤ ਹੋਏ ਜਗ ਪ੍ਰਬੋਧਿਆ। ਗੁਰਮੁਖ ਆਪ ਗਵਾਏ ਅੰਦਰ ਸੋਧਿਆ। ਗੁਰਮੁਖ ਹੈ ਨਰ ਵੈਰ ਨ ਵੈਰ ਵਿਰੋਧਿਆ। ਚਾਹ ਵਰ ਨ ਉਪਦੇਸ ਸਹਿਜ ਸੇ ਮੋਦੀਆ। ਧਨ ਜਣੇ ਦੀ ਮਾਂ ਧਨ ਜਣੇ ਦੀ ਮਾਂ ਜੋਦਾ ਜੋਦੀਆ। ਪੁੱਤਰਾ ਤੋਂ ਬਗੈਰ ਜਗ ਸੁਨਾ। ਰਾਜਾ ਰਾਮ ਹੱਥ ਜੋੜਦਾ। ਪੁੱਤਰਾ ਤੋਂ ਬਗੈਰ ਜਗ ਸੁਨਾ। ਰਾਜਾ ਰਾਮ ਹੱਥ ਜੋੜਦਾ। ਪੁੱਤਰਾ ਤੋਂ ਬਗੈਰ ਜਗ ਸੁਨਾ। ਰਾਜਾ ਰਾਮ ਹੱਥ ਜੋੜਦਾ। ਪੁੱਤਰਾ ਤੋਂ ਬਗੈਰ ਜਗ ਸੁਨਾ। ਰਾਜਾ ਰਾਮ ਹੱਥ ਜੋੜਦਾ। ਮੇਰੇ ਪਿਆਰੇ 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 ਰਾਜਾ ਰਾਮ ਹੱਥ ਜੋੜਦਾ। ਪੁੱਤਰਾ ਤੋਂ ਬਗੈਰ ਜਗ ਸੁਨਾਏ। ਰਾਜਾ ਰਾਮ ਹੱਥ ਜੋੜਦਾ। ਪੁੱਤਰਾ ਤੋਂ ਬਗੈਰ ਜਗ ਸੁਨਾਏ। ਰਾਜਾ ਰਾਮ ਹੱਥ ਜੋੜਦਾ। ਪੁੱਤਰਾ ਤੋਂ ਬਗੈਰ ਜਗ ਸੁਨਾ। ਰਾਜਾ ਰਾਮ ਹੱਥ ਜੋੜਦਾ। ਪੁੱਤਰਾ ਤੋਂ ਬਗੈਰ ਜਗ ਸੁਨਾ। ਰਾਜਾ ਰਾਮ ਹੱਥ ਜੋੜਦਾ। ਗੁਰੂ ਰੂਪ ਸਾਧ ਸੰਗਤ ਜੀਓ, ਜਿਸ ਵਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਨੌਵੇਂ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਹੁਣੀ ਪਹਿਲੋਂ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਨੇਤਰ ਤੁੰਗ ਦੀ ਪਹਾੜ ਦੇ ਨਜ਼ਦੀਕ ਜਾ ਕਰਕੇ ਨਵਾਂ ਨਗਰ ਖੇੜਾ ਵਸਾਇਆ ਚੱਕ ਨਾਨਕੀ। ਉਪਰੰਤ ਤੇ ਮਹਾਰਾਜ ਇਹਨਾਂ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਨਾਲ ਵਿਚਾਰ ਕਰੀ। ਵਿਚਾਰ ਕਰਨ ਤੇ ਉਪਰੰਤ ਆਪਣੇ ਮਹਾਰਾਜ ਇਹਨਾਂ ਦੀ ਕਿਰਪਾ ਦੇ ਨਾਲ ਸੰਗਤਾਂ ਨੂੰ ਨਾਲ ਲੈ ਕਰਕੇ ਨੇਤਰ ਤੁੰਗ ਦੇ ਪਹਾੜ ਤੋਂ ਰਵਾਨਗੀ ਹੋ ਚੁੱਕੇ ਹਾਂ। ਵਿਚਰਦੇ ਸਾਧ ਸੰਗਤ ਜੀਓ, ਰਸਤਿਆਂ ਦੀਆਂ ਕਸਵੱਟੀਆਂ ਨੂੰ ਚੱਲਦੇ ਹੋਏ ਸੰਗਤਾਂ ਦੇ ਸਮੇਤ ਜਿਹੜਾ ਕਿ ਸਾਧ ਸੰਗਤ ਜੀਓ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਸਮੇਂ ਦੇ ਅੰਦਰ ਜਿਸ ਵਾਰ ਪਟਨੇ ਸ਼ਹਿਰ ਦੇ ਵਿੱਚ ਗਏ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਬੇਨਤੀ ਕਰੀ ਸੀ। ਕਹਿਣ ਲੱਗੇ, ਮਰਦਾਨੇ, ਸਾਨੂੰ ਇਉਂ ਲੱਗਦਾ ਕਿ ਸਾਨੂੰ ਭੁੱਖ ਲੱਗੀ ਹੋਈ ਹੈ। ਕਹਿਣ ਲੱਗੇ, ਹਾਂ ਮਹਾਰਾਜ ਜੀ, ਭੁੱਖ ਤਾਂ ਲੱਗੀ ਹੋਈ, ਆਪਾਂ ਕਰ ਵੀ ਕਹਿ ਸਕਦੇ ਹਾਂ। ਉਸ ਵਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣਾ ਸੱਜਾ ਚਰਨ ਧਰਤੀ ਦੇ ਵਿੱਚ ਮਾਰਿਆ ਤਾਂ ਛੋਟਾ ਜਿਹਾ ਇੱਕ ਪੱਥਰ ਨਿਕਲਿਆ। ਕਹਿਣ ਲੱਗੇ, ਮਰਦਾਨੇ, ਇਹ ਵੇਖ ਕੀਆ ਹੈ। ਕਹਿਣ ਲੱਗੇ, ਮਹਾਰਾਜ ਇਹ ਤਾਂ ਪੱਥਰ ਹੈ। ਕਹਿਣ ਲੱਗੇ, ਮਰਦਾਨੇ, ਇਸ ਨੂੰ ਸਾਫ਼ ਕਰਕੇ ਤਾਂ ਵੇਖ ਲੈ। ਜਿਸ ਵਾਰ ਸਾਫ਼ ਕੀਤਾ, ਕੱਪੜੇ ਦੇ ਨਾਲ ਜਿਸ ਵਾਰ ਸਾਫ਼ ਕੀਤਾ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਆਖਿਆ। ਕਹਿਣ ਲੱਗੇ, ਮਰਦਾਨੇ, ਸਾਨੂੰ ਤਾਂ ਇਉਂ ਲੱਗਦਾ ਕਿ ਇਹ ਲਾਲ ਹੈ। ਤੂੰ ਇਉਂ ਕਰ, ਥੋੜ੍ਹੀ ਦੂਰ 'ਤੇ ਨਗਰ ਖੇੜਾ ਵਸਦਾ ਹੈ, ਇਸ ਦੀ ਕੀਮਤ ਪਵਾ ਕੇ ਲੈ ਕੇ ਆਵੀਂ।
ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਕੀਮਤ ਪਵਾਉਣ ਵਾਸਤੇ ਨਗਰ ਖੇੜੇ ਦੇ ਵਿੱਚ ਪਹੁੰਚ ਗਿਆ। ਪਹਿਲਾਂ ਛੋਟੀਆਂ ਛੋਟੀਆਂ ਦੁਕਾਨਾਂ ਦੇ ਵਿੱਚ ਗਿਆ। ਸੁਨਿਆਰਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ। ਕੋਈ 1 ਪੈਸਾ ਪਾਵੇ ਲਾਲ ਦੀ ਕੀਮਤ, ਕੋਈ 2 ਪੈਸੇ ਪਾਵੇ। ਕੋਈ ਐਸੇ ਵੀ ਇਤਿਹਾਸਾਂ ਦੇ ਵਿੱਚ ਦ੍ਰਿਸ਼ਟਾਂਤ ਮਿਲਦਾ, ਕੋਈ 1 ਉਂਜਲਾ ਆਟੇ ਦਾ ਵੀ ਲਿਖਿਆ ਹੋਇਆ ਹੈ, ਇਹ ਲਾਲ ਦੇ ਜਾ, ਆਟੇ ਦਾ ਬੁੱਕ ਲੈ ਜਾ। ਤੇ ਹੁਣ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਇਤਿਹਾਸ ਦਾ ਦ੍ਰਿਸ਼ਟਾਂਤ ਹੈ ਜਨਮ ਸਾਖੀ ਭਾਈ ਬਾਲਾ ਜੀ ਉਹਨਾਂ ਦੀ। ਤੇ ਹੁਣ ਅੱਗੋਂ ਵੱਡੀਆਂ ਦੁਕਾਨਾਂ ਆਉਣੀਆਂ, ਪਰ ਆਰੰਭ ਤਾਂ ਹੋ ਗਈਆਂ। ਭੀੜੀਆਂ ਗਲੀਆਂ ਸਨ। ਆਸਟਿਆ ਤੇ ਸਾਲਸਰਾਏ ਜੌਹਰੀ ਦੀ ਦੁਕਾਨ ਤੇ ਪਹੁੰਚ ਗਿਆ। ਜਿਸ ਵਾਰ ਸਾਲਸਰਾਏ ਜੌਹਰੀ ਦੀ ਦੁਕਾਨ ਤੇ ਪਹੁੰਚਿਆ, ਭਾਈ ਸਾਹਿਬ ਭਾਈ ਮਰਦਾਨਾ ਜੀ ਲਾਲ ਨੂੰ ਵੇਖਿਆ। ਲਾਲ ਨੂੰ ਵੇਖਣ ਤੇ ਉਪਰੰਤ ਉਸਨੇ ਆਪਣੀ ਤਿਜੋਰੀ ਦੇ ਵਿੱਚ ਤੇ ਖਜ਼ਾਨੇ ਦੇ ਵਿੱਚ ਤੇ 100 ਰੁਪਈਆ ਕੱਢਿਆ। ਲਾਲ ਵੀ ਭਾਈ ਮਰਦਾਨਾ ਦੇ ਹੱਥ ਤੇ ਧਰ ਦਿੱਤਾ ਤੇ 100 ਰੁਪਈਆ ਵੀ ਧਰ ਦਿੱਤਾ, ਨਮਸਕਾਰ ਕਰ ਦਿੱਤੀ। ਕਹਿਣ ਲੱਗੇ ਜੀ ਅਸੀਂ ਤਾਂ ਇਸ ਨੂੰ ਵੇਚਣਾ ਚਾਹੁੰਦੇ ਹਾਂ। ਕਹਿਣ ਲੱਗੇ ਜੀ ਇਤਨੀ ਅਸੀਂ ਕੀਮਤ ਅਦਾ ਨਹੀਂ ਕਰ ਸਕਦੇ। ਕਹਿਣ ਲੱਗੇ ਜੀ 7 ਬਚਨ। 100 ਰੁਪਈਆ ਵੀ ਲੈ ਲਿਆ। ਤੇ ਲਾਲ ਵੀ ਸਾਲਸਰਾਏ ਜੌਹਰੀ ਨੇ ਵਾਪਸ ਕਰ ਦਿੱਤਾ। ਤੇ ਸਫ਼ਰ ਨੂੰ ਤੈਅ ਕਰਕੇ ਭਾਈ ਮਰਦਾਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ। ਕਹਿਣ ਲੱਗੇ ਮਰਦਾਨੇ, ਜੇ ਸਾਲਸਰਾਏ ਜੌਹਰੀ ਨੇ ਇਹ ਲਾਲ ਲੀਤਾ ਨਹੀਂ ਤੇ 100 ਰੁਪਈਆ ਤੁਸੀਂ ਕਿਉਂ ਲੈ ਕੇ ਆਏ? ਅੱਗੋਂ ਮਰਦਾਨਾ ਜੀ ਨੇ ਆਖਿਆ, ਕਹਿਣ ਲੱਗੇ ਜੀ ਇਹ ਵੇਖੋ, ਸਾਲਸਰਾਏ ਜੌਹਰੀ ਨੇ ਪੜ੍ਹ ਕੇ ਦੱਸਿਆ ਕਿ ਇਸ ਦੀ ਜਿਹੜੀ ਕੀਮਤ ਹੈ ਬੇਅੰਤ ਹੈ। ਜਿਹੜਾ ਇਸ ਲਾਲ ਦੇ ਦਰਸ਼ਨ ਕਰੇਗਾ ਉਹ ਦਰਸ਼ਨੀ ਭੇਟਾ ਜ਼ਰੂਰ ਦੇਵੇ। ਕਹਿਣ ਲੱਗੇ ਜੇ ਦਰਸ਼ਨੀ ਭੇਟਾ ਤੂੰ ਲੈ ਕੇ ਆਇਆ, ਜੇ ਜੌਹਰੀ ਨੇ ਲਾਲ ਖਰੀਦਿਆ ਨਹੀਂ, ਆਪਾਂ ਨੂੰ ਵਾਪਸ ਕਰ ਦਿੱਤਾ ਤੇ 100 ਰੁਪਇਆ ਤੁਸੀਂ ਲੈ ਕੇ ਨਹੀਂ ਸੀ ਆਉਣਾ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਆਖਿਆ, ਕਹਿਣ ਲੱਗੇ ਜਾਓ ਸਾਲਸਰਾਏ ਜੌਹਰੀ ਨੂੰ ਆਖ ਦਿਓ ਜਾਂ 100 ਰੁਪਇਆ ਰੱਖ ਲਵੇ ਜਾਂ ਲਾਲ ਰੱਖ ਲਵੇ, ਇੱਕ ਚੀਜ਼ ਰੱਖ ਲਵੇ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਦੂਸਰੀ ਗੇਰਾਂ ਫਿਰ ਪਹੁੰਚ ਗਿਆ ਸਾਲਸਰਾਏ ਜੌਹਰੀ ਦੀ ਦੁਕਾਨ 'ਚ। ਕਹਿਣ ਲੱਗੇ ਜੀ ਤੁਸੀਂ ਜਾਂ 100 ਰੁਪਇਆ ਰੱਖ ਲਵੋ ਜਾਂ ਲਾਲ ਰੱਖ ਲਵੋ, ਅਸੀਂ 100 ਰੁਪਇਆ ਫਿਰ ਲੈ ਕੇ ਜਾਵਾਂਗੇ। ਤੇ ਸਾਲਸਰਾਏ ਜੌਹਰੀ ਨੇ ਮਰਦਾਨਾ ਜੀ ਨੂੰ ਪੁੱਛਿਆ, ਕਹਿਣ ਲੱਗੇ ਭਾਈ ਤੁਸੀਂ ਆਏ ਕਿੱਥੋਂ ਹੋ? ਕਹਿਣ ਲੱਗੇ ਜੀ ਅਸੀਂ ਰਾਏ ਭੋਈ ਕੀ ਤਲਵੰਡੀ ਤੋਂ ਆਏ ਹਾਂ। 3 ਸਰੀਰ ਹਾਂ, ਸੰਗਤਾਂ ਦੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਹਾਂ। ਸਾਲਸਰਾਏ ਜੌਹਰੀ ਨੇ ਇੱਕ ਬਾਢੀ ਨੂੰ ਨਾਲ ਲੈ ਲਿਆ, ਭਾਵ ਸੇਵਾਦਾਰ ਨੂੰ ਨਾਲ ਲਿਆ। ਗ੍ਰਸਤ ਮਾਰਗ ਦੇ ਧਾਰਨੀ ਸਨ ਸਾਲਸਰਾਏ ਜੌਹਰੀ। ਭਾਈ ਮਰਦਾਨਾ ਜੀ ਉਹਨਾਂ ਨੂੰ ਨਾਲ ਲੈ ਕਰਕੇ ਸਾਧ ਸੰਗਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਆਣ ਕੇ ਚਰਨਾਂ ਦੇ ਵਿੱਚ ਨਮਸਕਾਰ ਕਰੀ। ਗੁਰੂ ਨਾਨਕ ਦੇਵ ਜੀ ਨੇ ਆਖਿਆ, ਕਹਿਣ ਲੱਗੇ ਸਾਲਸਰਾਏ ਜੌਹਰੀ ਤੂੰ ਇਉਂ ਦੱਸ, ਜੇਕਰ ਤੁਸੀਂ ਇਹ ਲਾਲ ਤੁਸੀਂ ਲੈਣਾ ਨਹੀਂ ਤੇ 100 ਰੁਪਇਆ ਕਿਉਂ ਦਿੱਤਾ? ਕਹਿਣ ਲੱਗੇ ਮਹਾਰਾਜ ਜੀ ਲਾਲ ਦੇ ਉੱਪਰ ਲਿਖਿਆ ਹੋਇਆ ਕਿ ਇਸ ਦੀ ਜਿਹੜੀ ਦਰਸ਼ਨੀ ਭੇਟਾ ਹੈ ਉਹ 100 ਰੁਪਇਆ ਹੈ। ਆਪਾਂ ਵੀ ਜਿਸ ਵਾਰ ਸਹਿਜ ਪਾਠ ਰੱਖਦੇ ਹਾਂ ਜਾਂ ਅਖੰਡ ਪਾਠ ਰੱਖਦੇ ਹਾਂ, ਗ੍ਰਹਿਾਂ ਵਿਖੇ ਘਰਾਂ ਦੇ ਵਿੱਚ ਲਿਆਣ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਰਦਾਸ ਹੋਣੇ ਤੇ ਪਹਿਲਾਂ ਸੇਵਾਦਾਰ ਆਪਾਂ ਨੂੰ ਹੱਥ ਜੋੜ ਕੇ ਬੇਨਤੀ ਕਰੇਗਾ ਕਿ ਭਾਈ ਦਰਸ਼ਨੀ ਭੇਟਾ ਹਾਜ਼ਰ ਕਰ ਦਿਓ, ਫਿਰ ਅਰਦਾਸ ਹੁੰਦੀ ਆ।
ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਆਖਿਆ। ਸਾਲਸਰਾਏ ਜੌਹਰੀ ਨੇ ਕਹਿਣ ਲੱਗੇ ਜੀ ਇਹ ਤਾਂ ਦਰਸ਼ਨੀ ਭੇਟਾ ਦਿੱਤੀ ਹੈ, ਅਸੀਂ ਇਸ ਨੂੰ ਮੁੱਲ ਨਹੀਂ ਖਰੀਦ ਸਕਦੇ, ਇਸ ਇਤਨੀ ਕੀਮਤ ਦੇ ਹੀ ਨਹੀਂ ਸਕਦੇ। ਕਹਿਣ ਲੱਗੇ ਜੀ ਇਤਨੀ ਤੁਹਾਨੂੰ ਗਿਆਨ ਕਿੱਥੋਂ ਪ੍ਰਾਪਤ ਹੋਇਆ? ਕਹਿਣ ਲੱਗੇ ਜਿਸ ਵਾਰ ਤੁਹਾਡੇ ਅਸੀਂ ਦਰਸ਼ਨ ਕੀਤੇ ਹਨ। ਕਹਿਣ ਲੱਗੇ ਮਹਾਰਾਜ ਜੀ ਚਲੋ ਫਿਰ ਸਾਡੇ ਗ੍ਰਹਿ ਨੂੰ ਭਾਗ ਲਾਓ, ਅਸੀਂ ਤੁਹਾਡੀ ਕੁਝ ਸੇਵਾ ਕਰਕੇ ਲਾਹਾ ਲਈਏ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਰਦਾਨਾ ਤੇ ਭਾਈ ਵਾਲਾ ਜੀ ਉਹਨਾਂ ਨੂੰ ਨਾਲ ਲੈ ਕਰਕੇ ਸਾਲਸਰਾਏ ਜੌਹਰੀ ਦੇ ਗ੍ਰਹਿ ਵਿਖੇ ਪਹੁੰਚ ਗਏ। ਸਾਲਸਰਾਏ ਜੌਹਰੀ ਗ੍ਰਸਤ ਮਾਰਗ ਧਾਰਨ ਕਰਿਆ ਹੋਇਆ ਸੀ ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਪ੍ਰਸ਼ਾਦਾ ਤਿਆਰ ਕਰਵਾਇਆ, ਆਪ ਵੀ ਪ੍ਰਸ਼ਾਦਾ ਛਕਿਆ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਨੂੰ ਪਰੋਸ ਕੇ ਅੱਗੇ ਧਰਿਆ ਛਕਣ ਵਾਸਤੇ। ਜਿਸ ਵਾਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਛਕ ਕੇ ਹਟੇ ਤੇ ਕਹਿਣ ਲੱਗੇ ਸਾਲਸਰਾਏ ਜੌਹਰੀ ਇਹ ਸਾਡਾ ਤੁਸੀਂ ਸੀਤ ਪ੍ਰਸ਼ਾਦ ਛਕ ਲਿਓ। ਕਹਿਣ ਲੱਗੇ ਜੀ ਸਤ ਬਚਨ। ਜਿਸ ਵਾਰ ਸਾਲਸਰਾਏ ਜੌਹਰੀ ਨੇ ਪ੍ਰਸ਼ਾਦਾ ਛਕਿਆ ਸੀਤ ਪ੍ਰਸ਼ਾਦ ਤੇ ਉਸ ਵਾਰ ਸਾਲਸਰਾਏ ਜੌਹਰੀ ਤਿੰਨਾਂ ਲੋਕਾਂ ਦਾ ਗਿਆਨ ਪ੍ਰਾਪਤ ਹੋਇਆ ਸੀ। ਜਿਸ ਵਾਰ ਤਿੰਨਾਂ ਲੋਕਾਂ ਦਾ ਗਿਆਨ ਪ੍ਰਾਪਤ ਹੋਇਆ ਤੇ ਸਾਲਸਰਾਏ ਜੌਹਰੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਹੱਥ ਜੋੜ ਕੇ ਬੇਨਤੀਆਂ ਕਰਦੇ ਹਨ। ਭਗਵਾਨ ਚੱਲ ਕੇ ਕੀੜੀ ਦੇ ਘਰ ਆ ਗਿਆ, ਭਾਗ ਜਾਗੇ ਸੇਵਕਾਂ ਦੇ। ਭਗਵਾਨ ਚੱਲ ਕੇ ਕੀੜੀ ਦੇ ਘਰ ਆ ਗਿਆ, ਭਾਗ ਜਾਗੇ ਸੇਵਕਾਂ ਦੇ। ਚੱਲ ਕੇ ਕੀੜੀ ਦੇ ਘਰ ਆ ਗਿਆ, ਭਾਗ ਜਾਗੇ ਸੇਵਕਾਂ ਦੇ। ਚੱਲ ਕੇ ਕੀੜੀ ਦੇ ਘਰ ਆ ਗਿਆ, ਭਾਗ ਜਾਗੇ ਸੇਵਕਾਂ ਦੇ। ਭਾਗ ਜਾਗੇ ਜੀ ਸੇਵਕਾਂ ਦੇ, ਭਾਗ ਜਾਗੇ ਜੀ ਸੇਵਕਾਂ ਦੇ। ਭਾਗ ਜਾਗੇ ਜੀ ਸੇਵਕਾਂ ਦੇ, ਭਾਗ ਜਾਗੇ ਜੀ ਸੇਵਕਾਂ ਦੇ। ਭਾਗ ਜਾਗੇ ਜੀ ਸੇਵਕਾਂ ਦੇ, ਭਾਗ ਜਾਗੇ ਜੀ ਸੇਵਕਾਂ ਦੇ। ਭਾਗ ਜਾਗੇ ਜੀ ਸੇਵਕਾਂ ਦੇ, ਭਾਗ ਜਾਗੇ ਜੀ ਸੇਵਕਾਂ ਦੇ। ਭਗਵਾਨ ਚੱਲ ਕੇ ਕੀੜੀ ਦੇ ਘਰ ਆ ਗਿਆ, ਭਾਗ ਜਾਗੇ। ਭਗਵਾਨ ਚੱਲ ਕੇ ਕੀੜੀ ਦੇ ਘਰ ਆ ਗਿਆ, ਭਾਗ ਜਾਗੇ ਸੇਵਕਾਂ ਦੇ। ਚੱਲ ਕੇ ਕੀੜੀ ਦੇ ਘਰ ਆ ਗਿਆ, ਭਾਗ ਜਾਗੇ ਸੇਵਕਾਂ ਦੇ। ਚੱਲ ਕੇ ਕੀੜੀ ਦੇ ਘਰ ਆ ਗਿਆ, ਭਾਗ ਜਾਗੇ ਸੇਵਕਾਂ ਦੇ। ਪ੍ਰੇਮ ਪਟੋਲਾ ਤਾਂ ਸੋ ਦਿੱਤਾ, ਡਾਕਨ ਕੋ ਪਦ ਮੇਰੀ। ਦਾਨਾ ਬਿਨਾ ਸਾਈ ਮੈਂਡਾ, ਨਾਨਕ ਸਾਰ ਨ ਜਾਣਾ ਤੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੈਂਡਾ ਸਿਮਰਨ ਹਬ ਕਛ ਲੱਦਾਂ, ਬਿਖ ਮਨ ਦੇਖਮ ਕੋਈ। ਜਿਸ ਪਦ ਰੱਖੇ ਸੱਚਾ ਸਾਹਿਬ, ਮੇਟ ਨ ਸਕੈ ਕੋਈ। ਭਗਵਾਨ ਚੱਲ ਕੇ ਕੀੜੀ ਦੇ ਘਰ ਆ ਗਿਆ, ਭਾਗ ਜਾਗੇ ਸੇਵਕਾਂ ਦੇ। ਭਗਵਾਨ ਚੱਲ ਕੇ ਕੀੜੀ ਦੇ ਘਰ ਆ ਗਿਆ, ਭਾਗ ਜਾਗੇ ਸੇਵਕਾਂ ਦੇ। ਚੱਲ ਕੇ ਕੀੜੀ ਦੇ ਘਰ ਆ
ਸੇਵਕਾਂ ਦੇ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ 11 ਦਿਨ ਦਾ ਰਹਿਣ ਬਸੇਰਾ ਸਾਲਸਰਾਏ ਜੋਹਰੀ ਦੇ ਗ੍ਰਹਿ ਵਿਖੇ ਬਿਤਾਤ ਕੀਤਾ। ਜਿਸ ਵਾ 12ਵਾਂ ਦਿਨ ਪਰ ਆਰੰਭਤਾ ਹੋਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਲਸਰਾਏ ਜੋਹਰੀ ਦੇ ਕੋਲੋਂ ਰਵਾਨਗੀ ਦੀ ਆਗਿਆ ਮੰਗੀ। ਕਹਿਣ ਲੱਗੇ, ਨਾ ਮਹਾਰਾਜ ਜੀ, ਇੱਕ ਦਿਨ ਦਾ ਰਹਿਣ ਬਸੇਰਾ ਹੋਰ ਕੱਟ ਕੇ ਜਾਣਾ। ਕਹਿਣ ਲੱਗੇ, ਚੰਗਾ ਭਾਈ ਸਾਲਸਰਾਏ ਜੋਹਰੀ। ਉਸ ਦੇ ਉਪਰੰਤ 13ਵਾਂ ਦਿਨ ਪਰ ਆਰੰਭਤਾ ਹੋਇਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਹੱਥ ਜੋੜੇ, ਕਹਿਣ ਲੱਗੇ, ਸਾਲਸਰਾਏ ਜੋਹਰੀ, ਅਸੀਂ ਅੱਗੇ ਵੀ ਸੰਗਤ ਦੇ ਦਰਸ਼ਨ ਕਰਨ ਜਾਣਾ, ਕਿਰਪਾ ਕਰਦੇ, ਆਗਿਆ ਬਖਸ਼ ਦੇ। ਕਹਿਣ ਲੱਗੇ, ਮਹਾਰਾਜ ਜੀ, ਹੁਣ ਮੈਂ ਭਾਗਾਂ ਵਾਲਾ ਬਣ ਗਿਆ, ਹੁਣ ਮੈਨੂੰ ਕਦੋਂ ਤੁਸੀਂ ਦਰਸ਼ਨ ਦੇਵੋਗੇ ਫਿਰ? ਕਹਿਣ ਲੱਗੇ, ਸਾਲਸਰਾਏ ਜੋਹਰੀ, ਜਿਸ ਵਕਤ 9ਵੀਂ ਗੁਰਗੱਦੀ ਦੇ ਮਾਲਕ ਬਣਨਗੇ, ਉਹ ਤੁਹਾਨੂੰ ਆਣ ਕੇ ਮਿਲਣਗੇ। ਜਿਸ ਵਕਤ 9ਵੀਂ ਤਖਤ ਤੇ ਬੈਠੇਗਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਕਹਿਣ ਲੱਗੇ, ਮਹਾਰਾਜ ਜੀ, ਉਹਨਾਂ ਤੀਕਰ ਸਾਡਾ ਸਰੀਰ ਰਹੇਗਾ। ਕਹਿਣ ਲੱਗੇ, ਸਰੀਰ ਰਹੇ ਚਾਹੇ ਨਾ ਰਹੇ। ਇਸ ਇਲਾਕੇ ਦੀ ਗੁਰਗੱਦੀ ਤੁਹਾਨੂੰ ਅਸਾਂ ਨੇ ਕਰਤਾਰ ਦੀ ਕਿਰਪਾ ਦੇ ਨਾਲ ਸੌਂਪ ਦਿੱਤੀ, ਮੰਜੀ ਬਖਸ਼ ਦਿੱਤੀ। ਕਹਿਣ ਲੱਗੇ, ਸਾਲਸਰਾਏ ਜੋਹਰੀ, ਇਹ ਜਿਹੜਾ ਤੇਰਾ ਘਰ ਹੈ, ਰਹਿਣ ਬਸੇਰਾ ਕੱਟਣ ਵਾਸਤੇ ਤੁਸਾਂ ਨੇ ਮਕਾਨ ਬਣਾਇਆ ਹੋਇਆ, ਜਿਸ ਵਾਰ ਸਾਡਾ ਨਵਾਂ ਸਰੂਪ ਹੋਵੇਗਾ ਹਨ, ਉਹ ਤੁਹਾਡੇ ਕੋਲੋਂ ਲੈਣ ਵਾਸਤੇ ਆਉਣਗੇ। ਕਹਿਣ ਲੱਗੇ, ਮਹਾਰਾਜ ਜੀ, ਉਹ ਕਿਵੇਂ ਆਉਣਗੇ ਫਿਰ? ਕਹਿਣ ਲੱਗੇ, ਉਹਨਾਂ ਨੇ ਆਪਣੇ ਆਪ ਹੀ ਆ ਜਾਣਾ। ਤੇ ਕੋਈ ਸਮਾਂ ਆਵੇਗਾ, ਜਿਹੜਾ ਤੇਰਾ ਘਰ ਹੈ, ਮਕਾਨ ਹੈ, ਮਹਿਲ ਹੈ, ਜਿਹੜੇ ਮਾਤ ਲੋਕ ਦੇ ਜੀਵ ਹੋਵਣਗੇ, ਉਹ ਤਖਤ ਕਰਕੇ ਮੰਨਣਗੇ। ਤਾਂ ਇਹ ਜਿਹੜਾ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਪਟਨੇ ਸ਼ਹਿਰ ਦੇ ਵਿੱਚ ਨਾ, ਪਟਨਾ ਸਾਹਿਬ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦਾ ਜਨਮ ਭੂਮੀ ਅਸਥਾਨ ਹੈ। ਇਹ ਉਹੀ ਅਸਥਾਨ ਹੈ ਜਿਹੜਾ ਸਾਲਸਰਾਏ ਜੋਹਰੀ ਦਾ ਮਕਾਨ ਹੈ। ਉੱਥੇ ਹੀ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਅਵਤਾਰ ਹੋਇਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਤੇ ਅੱਜ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਸਾਲਸਰਾਏ ਜੋਹਰੀ ਨੂੰ ਅੱਜ ਵੀ ਫਲ ਮਿਲਦਾ ਤੇ ਮਿਲਦਾ ਵੀ ਰਹੇਗਾ। ਜਿਤਨੀਆਂ ਵੀ ਸੰਗਤਾਂ ਜਾਂਦੀਆਂ ਹਨ, ਉਹਨਾਂ ਦਾ ਦਸਵੰਧ ਸਾਲਸਰਾਏ ਜੋਹਰੀ ਨੂੰ ਪ੍ਰਾਪਤ ਹੁੰਦਾ ਆ। ਜਿਸ ਵਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਹੁਣੀ ਪਟਨੇ ਸ਼ਹਿਰ ਦੀ ਧਰਤੀ ਤੇ ਪਹੁੰਚੇ, ਭਾਗ ਲਾਏ, ਤਾਂ ਉਸ ਵਕਤ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜਿਹੜੇ ਸਾਲਸਰਾਏ ਜੋਹਰੀ ਦੇ ਪੋਤਰੇ ਸਨ, ਉਹਨਾਂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਰਜਿਸਟਰੀ ਨਾਮਾ ਕਰਵਾ ਦਿੱਤਾ ਸੀਗਾ। ਇਤਨਾ ਫਲ ਮਿਲਦਾ ਆ। ਤਾਂ ਹੁਣ ਮਹਾਰਾਜ ਇਹਨਾਂ ਦੀ ਕਿਰਪਾ ਦੇ ਨਾਲ ਆਪਣੇ ਪਰਿਵਾਰ ਨੂੰ ਪਟਨੇ ਸ਼ਹਿਰ ਦੇ ਵਿੱਚ ਰਹਿਣ ਬਸੇਰਾ ਕੱਟਣ ਵਾਸਤੇ ਆਗਿਆ ਦੇ ਦਿੱਤੀ। ਆਪ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਹੁਣੀ ਆਪਣੇ ਸੂਰਮਿਆਂ ਨੂੰ ਨਾਲ ਲੈ ਕਰਕੇ ਅਸਾਮ ਦੀ ਧਰਤੀ ਤੇ ਪਹੁੰਚ ਗਏ। ਜਿਹੜਾ ਅਸਾਮ ਦੀ ਧਰਤੀ ਦਾ ਰਾਜਾ ਸੀ, ਰਾਜਾ ਰਾਮ ਜੀ ਹੁਣੀ, ਜਿਸ ਵਾਰ ਅਸਾਮ ਦੀ ਧਰਤੀ ਤੇ ਪਹੁੰਚੇ, ਅਸਾਮ ਦਾ ਰਾਜਾ ਸੀ ਰਾਜਾ ਰਾਮ ਜੀ। ਰਾਜਾ ਰਾਮ ਜੀ ਵੀ ਆਉਂਦਾ ਇਤਿਹਾਸਾਂ ਦੇ ਵਿੱਚ। ਰਾਜਾ ਰਾਮ ਜੈਪੁਰੀਏ ਦਾ ਵੀ ਦ੍ਰਿਸ਼ਟਾਂਤ ਮਿਲਦਾ ਹੈ। ਤੇ ਹੁਣ ਮਹਾਰਾਜ ਇਹਨਾਂ ਦੀ ਕਿਰਪਾ ਦੇ ਨਾਲ ਸਾਧ ਸਿੰਘ, ਜਿਹੜੀ ਇਹਨਾਂ ਦੀ ਧਰਮ ਪਤਨੀ ਰਾਣੀ ਸੀ, ਉਸਨੇ ਪਤੀ ਦੇਵ ਨੂੰ ਆਖਿਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦਾ ਨਵਾਂ ਸਰੂਪ ਅਸਾਮ ਦੀ ਧਰਤੀ ਤੇ ਆ ਗਿਆ। ਕਿਤਨਾ ਸਮਾਂ ਹੋ ਗਿਆ ਆਪਣੇ ਗ੍ਰਹਿ ਵਿਖੇ ਰਾਜ ਦਾ ਦੀਵਾ ਬੁਝਿਆ ਹੋਇਆ। ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਆਪਾਂ ਰਾਜ ਮਹਿਲਾਂ ਦਾ ਦੀਵਾ ਜਗਵਾ ਲਈਏ।
ਉਹਨਾਂ ਨੂੰ ਆਪਣੇ ਗ੍ਰਹਿ ਵਿਖੇ ਲਿਆਓ। ਆਪਾਂ ਨੇ ਜਲ ਪਾਣੀ ਛਕਾ ਕੇ ਫਿਰ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੇ ਸੂਰਜ ਪ੍ਰਕਾਸ਼ ਗ੍ਰੰਥ ਦਾ ਪ੍ਰਸੰਗ ਹੈ। ਆਪਣੇ ਸੇਵਾਦਾਰ ਨਾਲ ਲਿੱਤੇ। ਰਾਜਾ ਰਾਮ ਜੀ ਹੁਣੀ ਨੰਗੀ ਚਰਨੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਚਰਨਾਂ ਤੇ ਜਾ ਕੇ ਨਮਸਕਾਰ ਕਰੀ, ਮੱਥਾ ਟੇਕਿਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੁੱਛਿਆ, ਕਹਿਣ ਲੱਗੇ ਰਾਜਾ ਰਾਮ ਜੀ ਅੱਜ ਕਿਸ ਤਰ੍ਹਾਂ ਦਰਸ਼ਨ ਦਿੱਤੇ ਹਨ? ਕਹਿਣ ਲੱਗੇ ਮਹਾਰਾਜ ਜੀ ਕਿਰਪਾ ਕਰੋ, ਅਸੀਂ ਤੁਹਾਨੂੰ ਲੈਣ ਵਾਸਤੇ ਆਏ ਹਾਂ, ਸਾਡੇ ਰਾਜ ਮਹਿਲਾਂ ਦੇ ਵਿੱਚ ਚਰਨ ਪਾਓ। ਕਹਿਣ ਲੱਗੇ ਰਾਜਾ ਜੀ ਅੱਜ ਤਾਂ ਨਹੀਂ ਆਉਂਦੇ, ਕੱਲ੍ਹ ਨੂੰ ਜ਼ਰੂਰ ਆਵਾਂਗੇ, ਤੁਸੀਂ ਆਪਣੀ ਚੱਲ ਕੇ ਤਿਆਰੀ ਕਰੋ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਇਤਿਹਾਸ ਦਾ ਦ੍ਰਿਸ਼ਟਾਂਤ ਹੈ। ਰਾਜਾ ਰਾਮ ਜੀ ਹੁਣੀ ਆਪਣੇ ਗ੍ਰਹਿ ਵਿਖੇ ਪਹੁੰਚੇ। ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਚੰਦਨ ਦੀ ਚੌਂਕੀ ਬਣਵਾਈ, ਚੰਦਨ ਦੀ ਚੌਂਕੀ ਦੇ ਉੱਪਰ ਵਸਤਰ ਪਹਿਨਾਏ ਤੇ ਦੂਸਰੇ ਦਿਨ ਚੜ੍ਹਿਆ ਆਸਾ ਦੀ ਵਾਰ ਦਾ ਕੀਰਤਨ ਸਮਾਪਤੀ ਹੋਇਆ ਤੇ ਗੁਰੂ ਤੇਗ ਬਹਾਦਰ ਜੀ ਨੇ ਹੁਕਮਨਾਮਾ ਦਿੱਤਾ, ਚਲੋ ਭਾਈ ਰਾਜਾ ਰਾਮ ਜੀ ਉਹਨਾਂ ਦੇ ਘਰਾਂ ਚੱਲੀਏ, ਰਾਜ ਮਹਿਲਾਂ ਦੇ ਵਿੱਚ ਚੱਲੀਏ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਸਾਧ ਸੰਗਤ ਇਤਨੇ ਨੂੰ ਅੱਗੋਂ ਰਾਜਾ ਰਾਮ ਜੀ ਵੀ ਮਿਲੇ ਤੇ ਉਹਨਾਂ ਨੇ ਆਣ ਕੇ ਚਰਨਾਂ ਦੇ ਵਿੱਚ ਮੱਥਾ ਟੇਕਿਆ। ਕਹਿਣ ਲੱਗੇ ਰਾਜਾ ਜੀ ਅਸੀਂ ਆਪਣੇ ਆਪ ਹੀ ਆ ਜਾਣਾ ਸੀ, ਤੁਸੀਂ ਸਾਨੂੰ ਕਾਹਨੂੰ ਲੈਣ ਆਉਣਾ ਸੀ? ਕਹਿਣ ਲੱਗੇ ਨਾ ਮਹਾਰਾਜ ਜੀ, ਜਿਸ ਵਕਤ ਪਿਆਸ ਲੱਗੀ ਹੁੰਦੀ ਹੈ, ਜਿਸ ਵਕਤ ਆਪਾਂ ਨੂੰ ਪਿਆਸ ਲੱਗੀ ਹੁੰਦੀ ਹੈ, ਆਪਾਂ ਨੂੰ ਖੂਹੇ ਦੇ ਕੋਲ ਜਾਣਾ ਪੈਂਦਾ ਪਾਣੀ ਛਕਣ ਵਾਸਤੇ। ਕਹਿਣ ਲੱਗੇ ਮਹਾਰਾਜ ਜੀ ਅਸੀਂ ਤਾਂ ਆਪ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨ ਵਾਸਤੇ ਹਾਜ਼ਰ ਹੋਏ ਸੀ, ਆਪ ਜੀ ਦੇ ਚਰਨ ਧੂੜੀ ਲੈਣ ਵਾਸਤੇ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਜਿਸ ਵਾਰ ਰਾਜ ਮਹਿਲਾਂ ਦੇ ਵਿੱਚ ਪਹੁੰਚੇ, ਰਾਜਾ ਰਾਮ ਜੀ ਉਹਨਾਂ ਦੀਆਂ ਰਾਣੀਆਂ ਨੇ ਨਮਸਕਾਰ ਕਰੀ, ਵਜ਼ੀਰਾਂ ਨੇ ਵੀ ਨਮਸਕਾਰ ਕਰੀ, ਤੋਪਾਂ ਦੇ ਨਾਲ ਸਲਾਮੀ ਕਰੀ, ਭਾਵ ਸਤਿਕਾਰ ਕੀਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ। ਤੇ ਰਾਜ ਮਹਿਲਾਂ ਵਿੱਚ ਚਰਨ ਪਾਏ। ਚੰਦਨ ਦੀ ਚੌਂਕੀ ਤੇ ਸਤਿਗੁਰੂ ਜੀ ਹੁਣੀ ਬਿਰਾਜਮਾਨ ਹੋਏ। ਰਾਜਾ ਜੀ ਨੇ ਆਪਣੀ ਧਰਮ ਪਤਨੀ ਰਾਣੀ ਨੂੰ ਆਖਿਆ ਜੀ ਜਲ ਪਾਣੀ ਬਣਾ ਕੇ ਲੈ ਕੇ ਆਓ। ਰਾਜਾ ਜੀ ਉਹਨਾਂ ਨੇ ਆਪਣੇ ਹੱਥੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਹੱਥ ਸੁੱਚੇ ਕਰਵਾਏ। ਉਪਰੰਤ ਛਕਣ ਵਾਸਤੇ ਜਲ ਪਾਣੀ ਅੱਗੇ ਧਰਿਆ, ਸਤਿਗੁਰੂ ਜੀ ਉਹਨਾਂ ਨੇ ਛਕਿਆ ਤੇ ਨਾਲ ਸੰਗਤਾਂ ਨੂੰ ਵੀ ਛਕਾਇਆ। ਸਮੇਂ ਅਨੁਸਾਰ ਰਾਜਾ ਜੀ ਹੁਣੀ ਅਤੇ ਰਾਣੀ ਨੂੰ ਨਾਲ ਲੈ ਕਰਕੇ ਸਾਧ ਸੰਗਤ ਜੀਓ ਹੱਥ ਜੋੜ ਕੇ ਬੇਨਤੀ ਕਰੀ, ਮਹਾਰਾਜ ਜੀ ਕਿਰਪਾ ਕਰ ਦਿਓ, ਰਾਜ ਮਹਿਲਾਂ ਦਾ ਦੀਵਾ ਬੁਝਿਆ ਜਾ ਰਿਹਾ, ਕਿਰਪਾ ਕਰਕੇ ਰਾਜ ਮਹਿਲਾਂ ਦੇ ਵਿੱਚ ਦੀਵਾ ਜਗਾ ਕੇ ਜਾਣਾ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਹੱਥ ਦੇ ਵਿੱਚ ਅੰਗੂਠੀ ਪਾਈ ਹੋਈ ਸੀ, ਉਂਗਲਾਂ ਦੇ ਵਿੱਚ ਅੰਗੂਠੀ ਪਾਈ ਹੋਈ ਸੀ। ਤੇ ਰਾਜਾ ਜੀ ਨੂੰ ਆਖਿਆ, ਕਹਿਣ ਲੱਗੇ ਸਾਡੇ ਨਜ਼ਦੀਕ ਹੋ ਕੇ ਬੈਠ। ਕਹਿਣ ਲੱਗੇ ਜੀ ਸਤ ਬਚਨ। ਜਿਸ ਵਕਤ ਰਾਜਾ ਰਾਮ ਜੀ ਹੁਣੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਜ਼ਦੀਕ ਹੋ ਕੇ ਬੈਠਿਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੀ ਕਿਰਪਾ ਦੇ ਨਾਲ ਰਾਜਾ ਜੀ ਉਹਨਾਂ ਦੇ ਪੱਟ ਦੇ ਉੱਪਰ ਅੰਗੂਠੀ ਲਗਾ ਦਿੱਤੀ। ਕਹਿਣ ਲੱਗੇ ਰਾਜਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੀ ਕਿਰਪਾ ਦੇ ਨਾਲ ਤੁਹਾਡੇ ਗ੍ਰਹਿ ਵਿਖੇ ਜਿਹੜਾ ਬੁਝਿਆ ਹੋਇਆ ਦੀਵਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਜਗਾਉਣਗੇ, ਚਿੰਤਾ ਨਾ ਕਰੀ। ਪਰ ਵੇਖੀ ਜਿਹੜਾ ਤੇਰਾ ਲੜਕਾ ਹੋਵੇਗਾ ਉਸ ਦੇ ਸਿਰ ਦੇ ਉੱਪਰ ਇਹ ਮੁੰਦਰੀ ਦਾ ਨਿਸ਼ਾਨ ਹੋਵੇਗਾ। ਅਗਰ ਮੁੰਦਰੀ ਦਾ ਨਿਸ਼ਾਨ ਨਾ ਹੋਵੇਗਾ ਤੂੰ ਆਪਣੇ ਆਪ ਮਨ ਦੇ ਅੰਦਰ ਝਾਤੀ ਮਾਰ ਕੇ ਵੇਖੀ, ਅਗਰ ਮਨ ਜੇ ਸੀਸ ਦੇ ਵਿੱਚ ਸਿਰ ਦੇ ਉੱਪਰ ਮੁੰਦਰੀ ਦਾ ਨਿਸ਼ਾਨ ਨਾ ਹੋਵੇਗਾ ਫਿਰ ਵੀ ਵੇਖ ਲਈ, ਜੇਕਰ ਹੋਵੇਗਾ ਫਿਰ ਇਹ ਵੇਖ ਲਵੇਂ ਮਨ ਕਰਕੇ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਦੀ ਮਿੱਠੀ ਦਾਤ ਹੈ।
ਕਹਿਣ ਲੱਗੇ ਸਤ ਬਚਨ। ਤੇ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਰਾਜਾ ਰਾਮ ਜੀ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ, ਨਮਸਕਾਰ ਕਰੀ, ਦਰਸ਼ਨੀ ਭੇਟਾ ਦਿੱਤੀ, ਅਰਦਾਸ ਕੀਤੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਸੱਚੇ ਪਾਤਸ਼ਾਹ ਜੀ, ਰਾਜਾ ਜੀ ਉਹਨਾਂ ਨੇ ਤਥਾ ਸਾਰੀਆਂ ਸੰਗਤਾਂ ਨੂੰ ਜਲ ਪਾਣੀ ਦੇ ਗੱਫੇ ਲਵਾਏ ਅਤੇ ਆਪ ਜੀ ਦੇ ਅਸਥਾਨਾਂ ਦੇ ਵਾਸਤੇ ਮਾਇਆ ਅਤੇ ਵਸਤਰਕ ਭੇਟਾ ਕਰਦੇ ਹਨ। ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਹਾਜ਼ਰ ਕਰੀ, ਉਹ ਖਜ਼ਾਨਾ ਭਰਪੂਰ ਕਰਨਾ ਅਤੇ ਸੱਚਖੰਡ ਵਿੱਚ ਪ੍ਰਵਾਨ ਕਰਨਾ। ਅਰਦਾਸ ਕੀਤੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੇਂ ਅਨੁਸਾਰ ਰਾਜ ਮਹਿਲਾਂ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਜੀ ਨੇ ਸੰਗਤਾਂ ਦੇ ਸਮੇਤ ਰਵਾਨਗੀ ਹੋ ਗਏ। ਸਮੇਂ ਅਨੁਸਾਰ ਰਾਜਾ ਜੀ ਉਹਨਾਂ ਦੇ ਗ੍ਰਹਿ ਵਿਖੇ ਲੜਕੇ ਦਾ ਜਨਮ ਹੋ ਗਿਆ। ਜਿਸ ਵਾਰ ਲੜਕੇ ਦਾ ਜਨਮ ਹੋਇਆ, ਰਾਜਾ ਰਾਮ ਜੀ ਨੇ ਆਪਣੇ ਪੁੱਤਰ ਦਾ ਨਾਂ ਰੱਖਿਆ ਰਤਨ ਰਾਏ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਇਤਿਹਾਸ ਦਾ ਦ੍ਰਿਸ਼ਟਾਂਤ ਹੈ। ਗੁਰੂ ਤੇਗ ਬਹਾਦਰ ਜੀ ਹੁਣੀ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਏ। ਤੇ ਦੂਸਰੇ ਪਾਸੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਅਵਤਾਰ ਦਿਹਾੜਾ ਵੀ ਹੋ ਚੁੱਕਿਆ ਸੀ। ਅਵਤਾਰ ਵੀ ਹੋ ਚੁੱਕਿਆ ਸੀ ਤੇ ਸਮੇਂ ਅਨੁਸਾਰ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਪਟਨੇ ਸ਼ਹਿਰ ਤੋਂ ਮਾਮਾ ਜੀ ਉਹਨਾਂ ਦੇ ਸਮੇਤ, ਮਾਤਾ ਨਾਨਕੀ ਜੀ ਉਹਨਾਂ ਦੇ ਸਮੇਤ, ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸਮੇਤ ਪਟਨੇ ਸ਼ਹਿਰ ਤੋਂ ਰਵਾਨਗੀ ਹੋ ਚੁੱਕੇ ਸਨ। ਤੇ ਸਫ਼ਰ ਨੂੰ ਤੈਅ ਕਰਦੇ ਹੁੰਦੇ ਹੋਏ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਏ। ਪਹਿਲਾਂ ਅਨੰਦਪੁਰ ਸਾਹਿਬ ਦਾ ਨਾਂ ਸੀ ਚੱਕ ਨਾਨਕੀ। ਚੱਕ ਨਾਨਕੀ ਤੋਂ ਪਹਿਲਾਂ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਇਸ ਧਰਤੀ ਦਾ ਨਾਂ ਸੀ ਮਾਖੋਵਾਲ। ਮਾਖੋਵਾਲ ਤੋਂ ਬਣਿਆ ਚੱਕ ਨਾਨਕੀ। ਜਿਸ ਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਚਰਨ ਪਾਏ, ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਮਿਲੇ ਤਾਂ ਉਸ ਵਕਤ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਸਾਧ ਸੰਗਤ ਚੱਕ ਨਾਨਕੀ 'ਤੇ ਅਨੰਦਪੁਰ ਸਾਹਿਬ ਨਾਮ ਰੱਖਿਆ ਸੀ ਕਿ ਆਨੰਦ ਵੱਜ ਗਿਆ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਜਿਸ ਵਕਤ ਦੂਸਰੇ ਪਾਸੇ ਰਤਨ ਰਾਏ ਜਿਸ ਵਕਤ ਨੌਜਵਾਨ ਦੀ ਅਵਸਥਾ ਦੇ ਵਿੱਚ ਹੋਏ, ਇੱਕ ਦਿਨ ਰਤਨ ਰਾਏ ਕੇਸ ਬਾਹ ਰਿਹਾ, ਸ਼ੀਸ਼ੇ ਦੇ ਅੱਗੇ ਖੜਾ ਹੈ। ਅਚਾਨਕ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਸੀਸ ਦੇ ਵਿੱਚ ਨਿਗਾਹ ਪੈ ਗਈ ਸ਼ੀਸ਼ੇ ਦੇ ਰਾਹੀਂ। ਜਿਸ ਵਾਰ ਸ਼ੀਸ਼ੇ ਦੇ ਰਾਹੀਂ ਸੀਸ ਦੇ ਵਿੱਚ ਨਿਗਾਹ ਪਈ, ਕੇਸ ਵਾਲ ਦਸਤਾਰ ਸਜਾਈ, ਆਪਣੇ ਮਾਤਾ ਜੀ ਉਹਨਾਂ ਦੇ ਕੋਲ ਆਏ। ਮਾਤਾ ਜੀ ਉਹਨਾਂ ਦੇ ਅੱਗੇ ਬੇਨਤੀ ਕੀਤੀ, ਕਹਿਣ ਲੱਗੇ ਮਾਤਾ ਜੀ ਜਿਹੜਾ ਸਾਡੇ ਸਿਰ ਦੇ ਵਿੱਚ ਇੱਕ ਨਿਸ਼ਾਨ ਆ, ਸਾਡੇ ਛੋਟੇ ਹੁੰਦਿਆਂ ਤੇ ਕੋਈ ਮਾਤਾ ਜੀ ਸੱਟ ਲੱਗ ਗਈ ਸੀ। ਕਹਿਣ ਲੱਗੇ ਪੁੱਤਰ ਸੱਟ ਤਾਂ ਕੋਈ ਨਹੀਂ ਲੱਗੀ, ਸੱਟ ਤੁਹਾਡੇ ਸੀਸ ਦੇ ਵਿੱਚ ਕੋਈ ਨਹੀਂ ਲੱਗੀ, ਪਰ ਜਿਹੜੀ ਇਹ ਤੁਹਾਡਾ ਜਨਮ ਹੋਇਆ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੋਇਆ। ਸਤਿਗੁਰ ਪੂਰਾ ਭੇਟਿਆ ਜਨ ਪੰਥ ਬਣਾਈ, 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 ਸਤਿਗੁਰ ਪੂਰਾ ਭੇਟਿਆ ਜਨ ਪੰਥ ਬਣਾਏ, ਸਤਿਗੁਰ ਪੂਰਾ ਭੇਟਿਆ ਜਨ ਪੰਥ ਬਣਾਏ,
सरनाए। क्यों गिरद हमारे राम कार दुख लगे न पाई। सतगुर पूरा भेटिया जन बाणत बनाए। राम नाम औखद दिया एक काले वलाई। राख लिए तन रखन हार सा ब्याज मिटाए। कह नानक किरपा पई प्रभु पई सहाई। सतगुर पूरा भेटिया जन बाणत बनाए। सतगुर पूरा जन बाणत बनाए। सतगुर पूरा भेटिया जिन बाणत बनाए। सतगुर पूरा भेटिया जिन बाणत बनाए। जन 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 बाणत बनाए। सतगुर पूरा भेटिया जन बाणत बनाए। सतगुर पूरा जन बाणत बनाए। सतगुर पूरा भेटिया जिन बाणत बनाए। सतगुर पूरा भेटिया जिन बाणत बनाए। ਤਾਂ ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਰਤਨ ਰਾਏ ਜੀ ਨੇ ਆਪਣੇ ਸੀਸ ਦੇ ਵਿੱਚ ਨਿਸ਼ਾਨ ਲੱਗਿਆ ਹੋਇਆ ਵੇਖਿਆ। ਆਪਣੇ ਮਾਤਾ ਜੀ ਉਹਨਾਂ ਦੇ ਕੋਲ ਤੇ ਪੁੱਛਦਾ, ਮਾਤਾ ਜੀ ਸਾਡੇ ਛੋਟੇ ਹੁੰਦਿਆਂ ਦੇ ਕਿਸੇ ਕਾਰਨ ਕਰਕੇ ਸਿਰ ਦੇ ਵਿੱਚ ਕੋਈ ਸੱਟ ਵੱਜੀ ਹੋਈ ਸੀ ਕਿ ਨਿਸ਼ਾਨ ਲੱਗਿਆ ਹੋਇਆ। ਕਹਿਣ ਲੱਗੇ, ਪੁੱਤਰ ਤੁਹਾਡੇ ਛੋਟੇ ਹੁੰਦਿਆਂ ਦੇ ਸੱਟ ਕੋਈ ਤਾਂ ਨਹੀਂ ਲੱਗੀ, ਪਰ ਆਪਣੇ ਗ੍ਰਹਿ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਨਵਾਂ ਸਰੂਪ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਬਾਹੀਂ ਜਿਨ੍ਹਾਂ ਦੀ ਪਕੜੀ ਹੈ, ਸਿਰ ਧਰ ਬਾਹੀਂ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਹੀਂ ਨਾ ਛੋੜੀ ਹੈ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀ ਹੈ। ਜਿਨ੍ਹਾਂ ਦੀ ਬਾਂਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਕੜੀ ਸੀ ਤੇ ਅੱਜ ਤੱਕ ਛੱਡੀ ਨਹੀਂ। ਗੁਰੂ ਤੇਗ ਬਹਾਦਰ ਜੀ ਨੇ ਵਰਦਾਨ ਦਿੱਤਾ ਸੀ ਕਿ ਇਹ ਮੁੰਦਰੇ ਦਾ ਨਿਸ਼ਾਨ ਤੁਹਾਡੇ ਪੁੱਤਰ ਦੇ ਸੀਸ ਦੇ ਵਿੱਚ ਲੱਗਿਆ ਹੋਵੇਗਾ। ਤੇ ਰਤਨ ਰਾਏ ਰਾਜਕੁਮਾਰ ਨੇ ਆਪਣੇ ਮਾਤਾ ਜੀ ਉਹਨਾਂ ਦੇ ਕੋਲ ਤੇ ਪੁੱਛਿਆ, ਮਾਤਾ ਜੀ ਹੁਣ ਕਿੱਥੇ ਹਨ? ਕਹਿਣ ਲੱਗੇ, ਪੁੱਤਰ ਉਹ ਤਾਂ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਹੋ ਗਏ। ਕਹਿਣ ਲੱਗੇ, ਅੱਗੋਂ? ਕਹਿਣ ਲੱਗੇ, ਜੀ ਅੱਗੋਂ ਉਹਨਾਂ ਦੇ ਪੁੱਤਰ ਗੁਰਗੱਦੀ ਦੇ ਮਾਲਕ ਬੈਠੇ ਹੈ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਤੇ ਹੁਣ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਇਤਿਹਾਸ ਦਾ ਦ੍ਰਿਸ਼ਟਾਂਤ ਹੈ। ਰਤਨ ਰਾਏ ਨੇ ਆਣ ਕੇ ਆਪਣੇ ਵਜ਼ੀਰਾਂ ਦੇ ਨਾਲ ਵਿਚਾਰ ਕਰੀ ਕਿ ਅਸਾਮ ਦੇ ਵਿੱਚੋਂ ਅਮੋਲਕ ਵਸਤੂਆਂ ਤਿਆਰ ਕਰਨੀਆਂ ਪਰ ਆਰੰਭਤਾ ਕੀਤੀਆਂ ਜਾਵਣ। ਤੇ ਹੁਣ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਇੱਕ 5 ਕਲਾ ਸ਼ਾਸਤਰ ਤਿਆਰ ਕਰਵਾਇਆ। 5 ਘੋੜੇ ਲੀਤੇ ਤੇ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਇਤਿਹਾਸ ਦਾ ਦ੍ਰਿਸ਼ਟਾਂਤ ਹੈ। ਇੱਕ ਹਾਥੀ ਵੀ ਮੁੱਲ ਖਰੀਦਿਆ, ਜਿਸ ਦੀ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਸੁੰਡ ਤੋਂ ਲੈ ਕਰਕੇ ਪਿੱਛੇ ਪੂਛ ਤਿੱਕਰ ਇੱਕ ਚਿੱਟੀ ਨਿਸ਼ਾਨ ਦੀ ਧਾਰੀ ਲੱਗੀ ਹੋਈ ਸੀ, ਭਾਵ ਲਕੀਰ ਲੱਗੀ ਹੋਈ ਸੀ। ਤੇ ਮਹਾਰਾਜ ਉਹਨਾਂ ਦੀ ਕਿਰਪਾ ਨਾਲ ਜਿਸ ਵਕਤ ਸਾਰਾ ਹੀ ਸਮਾਨ ਤਿਆਰ ਹੋ ਗਿਆ। ਇਤਿਹਾਸ ਦਾ ਦ੍ਰਿਸ਼ਟਾਂਤ ਹੈ
2 ਚੌਰ ਸਾਹਿਬ ਵੀ ਤਿਆਰ ਕਰਵਾਏ, ਭਾਵ ਸੋਨੇ ਦੀਆਂ ਡੰਡੀਆਂ ਦੇ ਨਾਲ। 2 ਚੌਰ ਸਾਹਿਬ ਵੀ ਤਿਆਰ ਕਰਵਾਏ ਸੋਨੇ ਦੀਆਂ ਡੰਡੀਆਂ ਦੇ ਨਾਲ। ਤੇ ਹੁਣ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਆਪਣੇ ਮਾਤਾ ਜੀ ਉਹਨਾਂ ਨੂੰ ਨਾਲ ਲੈ ਕਰਕੇ ਅਸਾਮ ਦੀ ਧਰਤੀ ਤੋਂ ਰਵਾਨਗੀ ਹੋਏ। ਤੇ ਆਸਤੇ ਆਸਤੇ ਮਹਾਰਾਜ ਉਹਨਾਂ ਦੀ ਕਿਰਪਾ ਨਾਲ ਸਫ਼ਰ ਨੂੰ ਤੈਅ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚ ਗਏ। ਤੰਬੂ ਲਗਵਾਏ, ਰਹਿਣ ਬਸੇਰਾ ਕਰਨਾ ਪਰ ਆਰੰਭਤਾ ਕਰ ਦਿੱਤਾ। ਰਤਨ ਰਾਏ ਨੇ ਇੱਕ ਵਜ਼ੀਰ ਭੇਜਿਆ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਪਾਸ ਕਿ ਉਹਨਾਂ ਦੇ ਕੋਲੋਂ ਆਗਿਆ ਲੈ ਕੇ ਆਉਣਾ। ਫਿਰ ਚੱਲ ਕੇ ਤਥਾ ਸਾਰੇ ਪਰਿਵਾਰ ਨੇ ਉਹਨਾਂ ਦੇ ਦਰਸ਼ਨ ਕਰਨ ਦੀ ਆਗਿਆ ਮੰਗ ਕੇ ਲੈ ਕੇ ਆ। ਰਤਨ ਰਾਏ ਨੇ ਹੁਕਮਨਾਮਾ ਜਾਰੀ ਕੀਤਾ ਆਪਣੇ ਇੱਕ ਵਜ਼ੀਰ ਨੂੰ। ਤੇ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਜਾ ਕੇ ਚਰਨਾਂ ਦੇ ਵਿੱਚ ਨਮਸਕਾਰ ਕਰੀ। ਮਹਾਰਾਜ ਜੀ, ਅਸਾਮ ਦੇ ਵਿੱਚੋਂ ਰਾਜਾ ਰਤਨ ਰਾਏ ਜੀ ਹੁਣੇ ਆਪ ਜੀ ਦਰਸ਼ਨ ਕਰਨੇ ਚਾਹੁੰਦਾ, ਆਗਿਆ ਬਖਸ਼ ਦਿਓ। ਤੇ ਦਸ਼ਮੇਸ਼ ਪਿਤਾ ਜੀ ਉਹਨਾਂ ਨੇ ਆਖਿਆ, ਕਹਿਣ ਲੱਗੇ ਰਤਨ ਰਾਏ ਜੀ ਉਹਨਾਂ ਨੂੰ ਸਾਡੇ ਕੰਨੀ ਤੇ ਬੇਨਤੀ ਕਰ ਦਿਓ, ਕੱਲ੍ਹ ਨੂੰ ਆਣ ਕੇ ਸੰਗਤ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰ ਦੇਣ। ਤੇ ਦੂਸਰੇ ਪਾਸੇ ਦਸ਼ਮੇਸ਼ ਪਿਤਾ ਜੀ ਨੇ ਆਪਣੇ ਸੇਵਾਦਾਰਾਂ ਨੂੰ, ਸਿੰਘਾਂ ਨੂੰ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਜਿਹੜਾ ਕਾਬਲ ਕੰਧਾਰ ਤੋਂ ਪਸ਼ਮੀਨੇ ਦਾ ਚੰਦੋਆ ਬਣ ਕੇ ਆਇਆ ਉਹ ਸਜਾਇਆ ਜਾਵੇ। ਚੰਦੋਆ ਕਹਿੰਦੇ ਹਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਲਗਾਇਆ ਜਾਂਦਾ ਹੈ। ਅੱਜ ਵੀ ਲੱਗਦਾ ਤੇ ਗਾਹਾਂ ਵੀ ਲਗਾਇਆ ਜਾਵੇਗਾ। ਤੇ ਹੁਣ ਮਹਾਰਾਜ ਉਹਨਾਂ ਦੀ ਕਿਰਪਾ ਨਾਲ ਸਾਧ ਸੰਗਤ ਦੀ ਇਸ ਵਕਤ ਸਾਰੀ ਤਿਆਰੀ ਹੋ ਗਈ। ਦਸ਼ਮੇਸ਼ ਪਿਤਾ ਜੀ ਹੁਣੀ ਤਖਤ 'ਤੇ ਬਿਰਾਜਮਾਨ ਹੋ ਗਏ। ਆਪਣੇ ਇੱਕ ਸੇਵਾਦਾਰ ਨੂੰ ਭੇਜਿਆ ਕਿ ਰਤਨ ਰਾਏ ਜੀ ਨੂੰ ਆਖੋ ਸੰਗਤਾਂ ਨੂੰ ਆਣ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰ ਦੇਣ। ਤੇ ਹੁਣ ਮਹਾਰਾਜ ਉਹਨਾਂ ਦੀ ਕਿਰਪਾ ਨਾਲ ਸਾਰਾ ਹੀ ਸਮਾਨ 5 ਹਾਥੀ ਜਿਹੜੇ ਕਿ ਸੋਨੇ ਦੀਆਂ ਕਾਠੀਆਂ ਦੇ ਨਾਲ ਸਜਾਏ ਹੋਏ ਸਨ, 2 ਚੌਰ ਸਾਹਿਬ ਜਿਹੜੇ ਕਿ ਸੋਨੇ ਦੀਆਂ ਡੰਡੀਆਂ ਦੇ ਨਾਲ ਤਿਆਰ ਕਰਵਾਏ ਸਨ, ਸੋਨੇ ਦੀ ਥਾਲੀ, ਸੋਨੇ ਦੇ ਹੀ ਚੌਰ ਸਾਹਿਬ ਬਣਵਾਏ। ਉੱਪਰ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਵਸਤਰ ਦੇ ਨਾਲ ਢਕੇ ਹੋਏ ਸਨ। ਰਤਨ ਰਾਏ ਜੀ ਉਹਨਾਂ ਨੇ ਆਪਣੇ ਹੱਥੀਂ ਚੁੱਕਿਆ ਸੀ। ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਜਾ ਕੇ ਚਰਨਾਂ ਵਿੱਚ ਮੱਥਾ ਟੇਕਿਆ, 5 ਕਲਾ ਸ਼ਾਸਤਰ ਵੀ ਨਾਲ ਲੀਤਾ। ਤੇ ਜਿਹੜਾ ਅਸਾਮ ਦੇ ਵਿੱਚੋਂ ਹਾਥੀ ਵੀ ਲੈ ਕਰਕੇ ਹਾਜ਼ਰ ਹੋਏ ਸੀ, ਹਾਥੀ ਵੀ ਪਹੁੰਚ ਗਿਆ ਦਰਬਾਰ ਦੇ ਵਿੱਚ। ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਜਾ ਕੇ ਚਰਨਾਂ ਵਿੱਚ ਮੱਥਾ ਟੇਕਿਆ। ਰਤਨ ਰਾਏ ਜੀ ਉਹਨਾਂ ਨੇ ਦਰਸ਼ਨੀ ਭੇਟਾ ਵੀ ਕਰੇ, ਹੋਰ ਕੀਮਤੀ ਦਸਾਲੇ ਵੀ ਭੇਟਾ ਕਰੇ। ਭੇਟਾ ਕਰਨ ਤੇ ਉਪਰੰਤ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਮਹਾਰਾਜ ਜੀ, ਆਪ ਜੀ ਦੀ ਕਿਰਪਾ ਦੇ ਨਾਲ ਬਹੁਤ ਸਮਿਆਂ ਤੇ ਮਨ ਦੇ ਵਿੱਚ ਚਾਹਨਾ ਸੀ ਕਿ ਕਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਦੇ 10ਵੇਂ ਸਰੂਪ ਦੇ ਚੱਲ ਕੇ ਦਰਸ਼ਨ ਕਰੀਏ। ਅੱਜ ਮੈਂ ਭਾਗਾਂ ਵਾਲਾ ਹੋ ਗਿਆ। ਕਹਿਣ ਲੱਗੇ ਰਤਨ ਰਾਏ, ਇਹ ਸਾਰੀ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੀ ਵਡਿਆਈ ਹੈ। ਕਹਿਣ ਲੱਗੇ 7 ਬਚਨ, 5 ਕਲਾ ਸ਼ਾਸਤਰ ਵੀ ਵਿਖਾਇਆ, 5 ਕਲਾ ਸ਼ਾਸਤਰ ਵੀ ਵਿਖਾਇਆ। ਤੇ ਉਸ ਦੇ ਉਪਰੰਤ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਜਿਹੜੇ 5 ਘੋੜੇ ਸਨ ਜਿਨ੍ਹਾਂ ਦੇ ਉੱਪਰ ਮੱਖੀ ਬੈਠੇ ਦੀ ਤੇ ਤਿਲਕ ਕੇ ਧਰਤੀ ਤੇ ਗਿਰ ਜਾਇਆ ਕਰਦੀ। ਤੇ ਹੁਣ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੀ ਉਸ ਦੇ ਉਪਰੰਤ ਜਿਸ ਵਾਰ ਦਸ਼ਮੇਸ਼ ਪਿਤਾ ਜੀ ਨੇ ਹਾਥੀ ਨੂੰ ਵੇਖਿਆ, ਕਹਿਣ ਲੱਗੇ ਮਹਾਰਾਜ ਜੀ, ਰਤਨ ਰਾਏ ਜੀ ਨੇ ਹਾਥੀ ਨੂੰ ਆਖਿਆ, ਕਹਿਣ ਲੱਗੇ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ। ਆਪਣੀ ਸੁੰਡ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਚਰਨਾਂ ਦੇ ਨਾਲ ਲਗਾਈ, ਮੱਥਾ ਟੇਕਿਆ, ਝੁਕ ਕੇ ਸਲਾਮ ਕੀਤੀ, ਨਮਸਕਾਰ ਕਰੀ। ਤੇ ਰਤਨ ਰਾਏ ਜੀ ਨੇ
ਕਹਿਣ ਲੱਗੇ ਮਹਾਰਾਜ ਜੀ ਇਸ ਹਾਥੀ ਦੇ ਉੱਪਰ ਆਪ ਜੀ ਦੀ ਕਿਰਪਾ ਬੇਅੰਤ ਕਿਰਪਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਡੇ ਰੱਖਣ ਵਾਸਤੇ ਹੀ ਇਹ ਹਾਥੀ ਭੇਜਿਆ ਮਾਤਲੋਕ ਦੇ ਵਿੱਚ। ਤੇ ਕਹਿਣ ਲੱਗੇ ਮਹਾਰਾਜ ਜੀ ਇਸ ਹਾਥੀ ਦੇ ਵਿੱਚ ਇਤਨੀ ਕਲਾ ਹੈ ਕਿ ਜਿਹੜੇ ਤੁਹਾਡੇ ਚਰਨਾਂ ਦਾ ਜੋੜਾ ਹੈ ਇਹ ਵੀ ਝਾੜ ਕੇ ਅੱਗੇ ਤੁਹਾਡੇ ਧਰ ਦੇਵੇਗਾ। ਜੇਕਰ ਤੁਹਾਡੇ ਚਰਨਾਂ ਦੇ ਕੱਪੜੇ ਦੇ ਨਾਲ ਪੂੰਝਣੇ ਹੋਣ ਤਾਂ ਉਹ ਵੀ ਤੁਹਾਡੇ ਚਰਨ ਪੂੰਝ ਸਕਦਾ ਹੈ। ਕਹਿਣ ਲੱਗੇ ਰਤਨ ਰਾਏ ਇਹ ਵਿਖਾ ਤਾਂ ਫਿਰ। ਕਹਿਣ ਲੱਗੇ ਮਹਾਰਾਜ ਜੀ ਫਿਰ ਤੁਸੀਂ ਇਉਂ ਕਰੋ, ਕਿਸੇ ਸੇਵਾਦਾਰ ਨੂੰ ਆਖੋ ਗੜਵਾ ਜਲਦਾ ਭਰ ਕੇ ਲੈ ਕੇ ਆਵੇ। ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਚਰਨਾਂ ਵਿੱਚ ਗੜਵਾ ਜਲਦਾ ਭਰ ਕੇ ਲੈ ਕੇ ਆਏ। ਸੇਵਾਦਾਰ ਅੱਗੇ ਧਰ ਦਿੱਤਾ। ਹਾਥੀ ਨੇ ਆਪਣੇ ਸੁੰਡ ਦੇ ਨਾਲ ਚੁੱਕਿਆ ਤੇ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਚਰਨ ਵੀ ਧੋ ਦਿੱਤੇ। ਜਿਸ ਵਾਰ ਚਰਨ ਧੋਤੇ ਤਾਂ ਉਸ ਦੇ ਉਪਰੰਤ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਕੱਪੜਾ ਲਿਆ। ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਚਰਨ ਸਾਫ਼ ਕਰ ਦਿੱਤੇ। ਉਪਰੰਤ ਰਤਨ ਰਾਏ ਜੀ ਨੇ ਆਖਿਆ ਮਹਾਰਾਜ ਜੀ ਜੇ ਆਪ ਜੀ ਹੁਕਮ ਦਿਓ, ਬਚਨ ਦਿਓ, ਕਿਰਪਾ ਕਰ ਦਿਓ, ਤੁਹਾਡੇ ਉੱਪਰ ਚੌਰ ਸਾਹਿਬ ਵੀ ਕਰ ਸਕਦਾ। ਕਹਿਣ ਲੱਗੇ ਕਰਕੇ ਤਾਂ ਵਿਖਾ ਫਿਰ। ਤੇ ਰਤਨ ਰਾਏ ਜੀ ਨੇ ਹੁਕਮਨਾਮਾ ਦਿੱਤਾ ਹਾਥੀ ਨੂੰ। ਕਹਿਣ ਲੱਗੇ ਭਾਈ ਹਾਥੀ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਉੱਪਰ ਚੌਰ ਸਾਹਿਬ ਲੈ ਲਾ, ਚੌਰ ਸਾਹਿਬ ਦੀ ਸੇਵਾ ਕਰ। ਹਾਥੀ ਨੇ ਸੀਸ ਨਵਾਇਆ। ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਚੌਰ ਸਾਹਿਬ ਚੁੱਕਿਆ ਤੇ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਉੱਪਰ ਚੌਰ ਸਾਹਿਬ ਦੀ ਸੇਵਾ ਕਰਨੇ ਲੱਗ ਪਿਆ। ਜਿਸ ਵਾਰ ਚੌਰ ਸਾਹਿਬ ਦੀ ਸੇਵਾ ਕੀਤੀ ਤੇ ਦਸ਼ਮੇਸ਼ ਪਿਤਾ ਜੀ ਹੁਣੀ ਰਤਨ ਰਾਏ ਦੇ ਹਾਥੀ ਦੇ ਗੁਣ ਵੇਖ ਕੇ ਇਸ ਤਰ੍ਹਾਂ ਦੇ ਵਰਦਾਨ ਦੇ ਰਹੇ ਹਨ। ਤੇ ਆਓ ਰਲ ਮਿਲ ਕੇ ਧਾਰਨਾ ਪੜੀਏ। ਗੁਣ ਵੇਖ ਕੇ ਕੁਰਾਨ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ। ਗੁਣ ਵੇਖ ਕੇ ਕੁਰਾਨ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ। ਵੇਖ ਕੇ ਕੁਰਾਨ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ। ਗੁਣ ਵੇਖ ਕੇ ਕੁਰਾਨ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ। 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 ਗੁਣ ਵੇਖ ਕੇ ਕੁਰਾਨ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ। ਗੁਣ ਵੇਖ ਕੇ ਕੁਰਾਨ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ। ਵੇਖ ਕੇ ਕੁਰਾਨ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ। ਵੇਖ ਕੇ ਕੁਰਾਨ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ। ਦੇਵਾ ਭਲੇ ਬਸੰਤ ਰੋ ਚਾਨਣ ਆਨੇਰੇ। ਦੀਪਕ ਵਿੱਚੋਂ ਮਸ ਹੋਏ ਕੰਮ ਆਏ ਲਖੇਰੇ। ਕਜਲ ਹੋਵਾ ਕਾਮਨੀ ਸੰਗ ਭਲੇ ਭਲੇਰੇ। ਨਸਵਾਣੀ ਹਰ ਜਸ ਲਿਖੇ ਦਫ਼ਤਰ ਅੰਗਲੇਰੇ। ਆਪੇ ਆਪ ਵਰਤਦਾ ਆਪੇ ਆਪ ਵਰਤਦਾ ਗਿਰਮਖ ਚੌਫੇਰੇ। ਗੁਣ ਵੇਖ ਕੇ ਕੁਰਾਨ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ। ਗੁਣ ਵੇਖ ਕੇ ਕੁਰਾਨ ਹਾਥੀ ਦੇ ਪ੍ਰਸਾਦੀ
ਹਾਥੀ ਨਾਮ ਰੱਖਿਆ ਮੇਰੇ ਪਿਆਰੇ ਪ੍ਰਸਾਦੀ ਹਾਥੀ ਨਾਮ ਰੱਖਿਆ ਮੇਰੇ ਪਿਆਰੇ ਪ੍ਰਸਾਦੀ ਹਾਥੀ ਨਾਮ ਰੱਖਿਆ ਮੇਰੇ ਪਿਆਰੇ ਪ੍ਰਸਾਦੀ ਹਾਥੀ ਨਾਮ ਰੱਖਿਆ ਮੇਰੇ ਪਿਆਰੇ ਪ੍ਰਸਾਦੀ ਹਾਥੀ ਨਾਮ ਰੱਖਿਆ ਮੇਰੇ ਪਿਆਰੇ ਪ੍ਰਸਾਦੀ ਹਾਥੀ ਨਾਮ ਰੱਖਿਆ ਮੇਰੇ ਪਿਆਰੇ ਪ੍ਰਸਾਦੀ ਹਾਥੀ ਨਾਮ ਰੱਖਿਆ ਮੇਰੇ ਪਿਆਰੇ ਪ੍ਰਸਾਦੀ ਹਾਥੀ ਨਾਮ ਰੱਖਿਆ ਮੇਰੇ ਪਿਆਰੇ ਪ੍ਰਸਾਦੀ ਹਾਥੀ ਨਾਮ ਰੱਖਿਆ ਗੁਣ ਵੇਖ ਕੇ ਗੁਰਾਂ ਨੇ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ ਗੁਣ ਵੇਖ ਕੇ ਗੁਰਾਂ ਨੇ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ ਗੁਣ ਵੇਖ ਕੇ ਗੁਰਾਂ ਨੇ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ ਗੁਣ ਵੇਖ ਕੇ ਗੁਰਾਂ ਨੇ ਹਾਥੀ ਦੇ ਪ੍ਰਸਾਦੀ ਹਾਥੀ ਨਾਮ ਰੱਖਿਆ ਹਾਥੀ ਤਾਂ ਮਾਤ ਲੋਕ ਦੇ ਵਿੱਚ ਬਿਆੰਤ ਹੀ ਹੁੰਦੇ ਹਨ ਤੇ ਅੱਜ ਵੀ ਹਨ। ਜਿਹੜਾ ਰਤਨ ਰਾਏ ਜੀ ਨੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਭੇਟਾ ਕੀਤਾ ਸੀ ਪ੍ਰਸਾਦੀ ਹਾਥੀ, ਇਹੋ ਜਿਹਾ ਹਾਥੀ ਨਹੀਂ ਮਿਲਣਾ ਆਪਾਂ ਨੂੰ ਮਾਤ ਲੋਕ ਦੇ ਵਿੱਚ। ਤੇ ਉਸ ਵਾਰ ਦਸ਼ਮੇਸ਼ ਪਿਤਾ ਜੀ ਨੇ ਜਿਸ ਵਾਰ ਗੁਣ ਵੇਖੇ ਹਾਥੀ ਦੇ ਤੇ ਖੁਸ਼ ਹੋ ਗਏ ਦਸ਼ਮੇਸ਼ ਪਿਤਾ ਜੀ ਉਹਨਾਂ ਨੇ, ਤੇ ਉਸ ਵਾਰ ਪ੍ਰਸਾਦੀ ਹਾਥੀ ਨਾਂ ਰੱਖਿਆ ਸੀ ਰਤਨ ਰਾਏ ਜੀ। ਉਹਨਾਂ ਦੀ ਭੇਟਾ ਕੁਰਬਾਨ ਹੋ ਗਈ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਦਸ਼ਮੇਸ਼ ਪਿਤਾ ਜੀ ਨੇ ਸੇਵਾਦਾਰਾਂ ਨੂੰ ਆਖਿਆ ਕਿ ਤਵੇਲੇ ਦੇ ਵਿੱਚ ਬੰਨ੍ਹਿਆ ਜਾਵੇ। ਪਿਛਲੇ ਚਰਨਾਂ ਨੂੰ ਸੰਗਲ ਪਾਇਆ, ਕੀਲੇ ਦੇ ਨਾਲ ਬੰਨ੍ਹਿਆ ਗਿਆ। ਇੱਕ ਦਿਨ ਦਸ਼ਮੇਸ਼ ਪਿਤਾ ਜੀ ਹੁਣੀ ਤਵੇਲੇ ਦੇ ਵਿੱਚ ਪਹੁੰਚੇ। ਰਤਨ ਰਾਏ ਰਾਜਾ ਵੀ ਨਾਲ ਹੀ ਸੀ, ਅਸਾਮ ਦਾ ਰਾਜਾ। ਤਾਂ ਅੱਗੋਂ ਹਾਥੀ ਪ੍ਰਸਾਦੀ ਹਾਥੀ ਦੇ ਅੱਖਾਂ ਦੇ ਵਿੱਚੋਂ ਆਂਸੂ ਕੇਰਦਾ। ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਦਰਸ਼ਨ ਕਰੇ ਤੇ ਪ੍ਰਸਾਦੀ ਹਾਥੀ ਆਪਣੀ ਅੱਖੀਆਂ ਦੇ ਵਿੱਚੋਂ ਆਂਸੂ ਕੇਰਨ ਲੱਗ ਪਿਆ। ਤੇ ਦਸ਼ਮੇਸ਼ ਪਿਤਾ ਜੀ ਹੁਣੀ ਪ੍ਰਸਾਦੀ ਹਾਥੀ ਦੇ ਸੁੰਡ ਦੇ ਉੱਪਰ ਹੱਥ ਫੇਰਨ ਲੱਗ ਪਏ। ਜਿਸ ਵਕਤ ਪ੍ਰਸਾਦੀ ਹਾਥੀ ਦੇ ਸੁੰਡ ਦੇ ਉੱਪਰ ਹੱਥ ਫੇਰਦੇ ਮਸਤਕ ਦੇ ਉੱਪਰ ਪਹੁੰਚ ਗਏ ਹਨ ਦਸ਼ਮੇਸ਼ ਪਿਤਾ ਜੀ। ਤੇ ਦੂਸਰੇ ਪਾਸੇ ਜਿਹੜੀ ਸੁੰਡ ਸੀ ਉਹ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਚਰਨਾਂ ਨੂੰ ਲਗਾ ਲਈ। ਤੇ ਦੂਸਰੇ ਪਾਸੇ ਅੱਖਾਂ ਦੇ ਵਿੱਚੋਂ ਆਂਸੂ ਵੀ ਕੇਰਦਾ ਪ੍ਰਸਾਦੀ ਹਾਥੀ। ਤੇ ਦਸ਼ਮੇਸ਼ ਪਿਤਾ ਜੀ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਕਿ ਅੱਜ ਪ੍ਰਸਾਦੀ ਹਾਥੀ ਨੂੰ ਤਵੇਲੇ ਦੇ ਵਿੱਚ ਬੰਨ੍ਹਿਆ ਨਾ ਜਾਵੇ, ਆਜ਼ਾਦ ਕੀਤਾ ਜਾਵੇ। ਜਿਸ ਵਾਤ ਹੁਕਮਨਾਮਾ ਜਾਰੀ ਕੀਤਾ ਦਸ਼ਮੇਸ਼ ਪਿਤਾ ਜੀ ਨੇ ਤਵੇਲੇ ਦੇ ਵਿੱਚ ਪਹੁੰਚ ਕੇ ਕਿ ਪ੍ਰਸਾਦੀ ਹਾਥੀ ਨੂੰ ਬੰਨ੍ਹਿਆ ਨਾ ਜਾਵੇ, ਆਜ਼ਾਦ ਕੀਤਾ ਜਾਵੇ। ਤਾਂ ਉਸ ਵਕਤ ਸਾਹ ਸਿੰਘ ਪ੍ਰਸਾਦੀ ਹਾਥੀ ਨੇ 5 ਗੇਰਾ ਨਮਸਕਾਰ ਕਰੀ ਸੀ ਦਸ਼ਮੇਸ਼ ਪਿਤਾ ਜੀ ਨੂੰ ਕਿ ਅੱਜ ਦਸ਼ਮੇਸ਼ ਪਿਤਾ ਜੀ ਨੇ ਤਵੇਲੇ ਦੇ ਵਿੱਚ ਪਹੁੰਚੇ, ਗਰੀਬਾਂ ਦੀ ਸਾਰ ਲੈ ਲਈ, ਮੈਨੂੰ ਅੱਜ ਆਜ਼ਾਦ ਕਰ ਦਿੱਤਾ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਦੁਕਾਨਾਂ ਦੇ ਵਿੱਚ ਜਾਇਆ ਕਰਦਾ, ਮਨ ਮਰਜ਼ੀ ਦਾ ਪ੍ਰਸ਼ਾਦ ਪਾਣੀ ਛਕਣੇ ਲੱਗ ਪਿਆ। ਦੁਕਾਨਦਾਰਾਂ ਨੇ ਆਣ ਕੇ ਪਹਿਲਾਂ ਮਾਮਾ ਜੀ ਦੇ ਅੱਗੇ ਬੇਨਤੀ ਕੀਤੀ, ਮਾਮਾ ਕਿਰਪਾਲ ਦਾਸ ਜੀ ਉਹਨਾਂ ਦੇ ਅੱਗੇ ਕਹਿਣ ਲੱਗੇ, ਮਾਮਾ ਜੀ ਇਹ ਜਿਹੜਾ ਦਸ਼ਮੇਸ਼ ਪਿਤਾ ਜੀ ਦਾ ਪ੍ਰਸਾਦੀ ਹਾਥੀ ਹੈ ਨਾ, ਇਹ ਸਾਡਾ ਨੁਕਸਾਨ ਬਹੁਤ ਕਰਦਾ। ਤੁਸੀਂ ਦਸ਼ਮੇਸ਼ ਪਿਤਾ ਜੀ ਉਹਨਾਂ ਨੂੰ ਬੇਨਤੀ ਕਰੋ, ਇਹਨੂੰ ਤਵੇਲੇ ਦੇ ਵਿੱਚ ਬੰਨ੍ਹ ਕੇ ਰੱਖਿਆ ਕਰਨ। ਤੇ ਅੱਗੋਂ ਮਾਮਾ ਜੀ ਨੇ ਆਖਿਆ ਦੁਕਾਨਦਾਰਾਂ ਭਾਈਆਂ ਨੂੰ, ਕਹਿਣ ਲੱਗੇ, ਭਾਈ ਕੋਈ ਤੁਹਾਡਾ ਨੁਕਸਾਨ ਤਾਂ ਨਹੀਂ ਕਰਦਾ, ਪ੍ਰਸ਼ਾਦ ਪਾਣੀ ਹੀ ਛਕਦਾ ਹਨ, ਤੁਸੀਂ ਪ੍ਰਸ਼ਾਦਾ ਪਾਣੀ ਦੇਈ ਜਾਓ, ਤੁਹਾਡਾ ਨੁਕਸਾਨ ਨਹੀਂ ਕਰੇਗਾ, ਚਿੰਤਾ ਨਹੀਂ ਕਰਨੀ। ਬਿਆੰਤ ਸਮਾਂ ਬੀਤ ਗਿਆ। ਇੱਕ ਦਿਨ ਦੁਕਾਨਦਾਰਾਂ ਨੇ ਰਲ ਮਿਲ ਕੇ ਵਿਚਾਰ ਕੀਤੀ ਕਿ ਆਪਣਾ ਤਾਂ ਇਸ ਤਰ੍ਹਾਂ ਨੁਕਸਾਨ ਬਹੁਤ ਹੁੰਦਾ ਜਾਏਗਾ। ਫਿਰ
ਪ੍ਰਸਾਦੀ ਹਾਥੀ ਦੀ ਕਿਹੜੀ ਖੁਰਾਕ ਪੂਰੀ ਹੁੰਦੀ ਹੈ? ਹਾਥੀਆਂ ਦੀ ਖੁਰਾਕ ਬਹੁਤ ਹੁੰਦੀ ਹੈ। 1.25 ਮਣ ਚੂਰੀ ਦੇ ਲੱਡੂਆਂ ਦਾ ਪ੍ਰਸ਼ਾਦ ਛਕ ਲੈਂਦਾ, 1.25 ਮਣ ਚੂਰੀ ਦੇ। ਇਤਨੀ ਖੁਰਾਕ ਹੁੰਦੀ ਹੈ ਪ੍ਰਸਾਦੀ ਹਾਥੀਆਂ ਦੀ। ਤੇ ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਧ ਸੰਗਤ ਇੱਕ ਦਿਨ ਦੁਕਾਨਦਾਰਾਂ ਨੇ ਰਲ ਮਿਲ ਕੇ ਵਿਚਾਰ ਕੀਤੀ ਕਿ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਜਾ ਕੇ ਚਰਨਾਂ ਦੇ ਵਿੱਚ ਮੱਥਾ ਟੇਕੀਏ, ਉਹਨਾਂ ਨੂੰ ਬੇਨਤੀ ਕਰ ਦਈਏ। ਤੇ ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਦੀਵਾਨ ਸਜਿਆ। ਦੀਵਾਨ ਸਜਣ ਤੋਂ ਉਪਰੰਤ ਅਰਦਾਸ ਹੋਈ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੀ ਵਰਤਾਈਆਂ ਗਈਆਂ। ਦੁਕਾਨਦਾਰਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰ ਦਿਓ, ਜਿਹੜਾ ਤੁਹਾਡਾ ਪ੍ਰਸਾਦੀ ਹਾਥੀ ਹਨ ਇਹ ਨੁਕਸਾਨ ਤਾਂ ਕੋਈ ਨਹੀਂ ਕਰਦਾ, ਪਰ ਪ੍ਰਸ਼ਾਦ ਪਾਣੀ ਬਹੁਤ ਛਕ ਲੈਂਦਾ। ਕਹਿਣ ਲੱਗੇ, ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਅਸੀਂ ਆਪਣੇ ਬੱਚੇ ਵੀ ਪਾਲਣੇ ਹਨ, ਕਿਰਪਾ ਕਰ ਦਿਓ। ਉਸੀ ਬਾਤ ਮਾਮਾ ਜੀ ਨੂੰ ਬੁਲਾਇਆ, ਕਿਰਪਾਲ ਦਾਸ ਜੀ ਨੂੰ। ਕਹਿਣ ਲੱਗੇ, ਮਾਮਾ ਜੀ ਆ ਜਿਤਨੇ ਵੀ ਦੁਕਾਨਦਾਰ ਸਾਡੇ ਕੋਲ ਬੈਠੇ ਹਨ ਇਹਨਾਂ ਦਾ ਰੋਜ਼ਾਨਾ ਹੀ ਹਿਸਾਬ ਕੀਤਾ ਜਾਵੇ, ਪਰ ਅਸੀਂ ਆਪਣੇ ਪ੍ਰਸਾਦੀ ਹਾਥੀ ਨੂੰ ਕੀਲੇ ਦੇ ਨਾਲ ਸੰਗਲ ਪਾ ਕੇ ਨਹੀਂ ਬੰਨ੍ਹਣਾ, ਆਜ਼ਾਦ ਰਹੇਗਾ। ਕਹਿਣ ਲੱਗੇ, ਮਹਾਰਾਜ ਜੀ ਭਾਵੇਂ ਰੱਖੋ, ਹੁਣ ਤੁਸੀਂ ਆਜ਼ਾਦ ਭਾਵੇਂ ਬੰਨੋ ਕੀਲੇ ਦੇ ਨਾਲ, ਸਾਨੂੰ ਤਾਂ ਪੈਸਿਆਂ ਦੀ ਲੋੜ ਆ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਜਿਸ ਵਕਤ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਬਾਜ਼ਾਰ ਦੇ ਵਿੱਚ ਘੁੰਮਿਆ ਕਰਦਾ ਸੀ, ਪ੍ਰਸਾਦੀ ਹਾਥੀ ਕੋਈ ਦੁਕਾਨਦਾਰ ਰੋਕਿਆ ਨਹੀਂ ਸੀ ਕਰਦਾ, ਸਗੋਂ ਕਿਆ ਕਰਦੇ ਸੀ, ਪ੍ਰਸਾਦੀ ਹਾਥੀ ਦੇ ਚਰਨਾਂ 'ਤੇ ਮੱਥਾ ਟੇਕਿਆ ਕਰਦੇ ਸੀ। ਕਿਉਂ ਕਿ ਇਹ ਦਸ਼ਮੇਸ਼ ਪਿਤਾ ਜੀ ਉਹਨਾਂ ਦਾ ਪ੍ਰਸਾਦੀ ਹਾਥੀ ਆ। ਕਿਉਂਕਿ ਇਹ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਮਹਿਲਾਂ ਦੇ ਵਿੱਚ ਪਹੁੰਚਿਆ ਹੋਇਆ, ਉਹ ਚਰਨਾਂ ਵਿੱਚ ਨਮਸਕਾਰ ਕਰਿਆ ਕਰਦੇ ਸਨ। ਤੇ ਹੁਣ ਮਹਾਰਾਜ ਜੀ ਦੀ ਕਿਰਪਾ ਨਾਲ ਸ਼ਾਮ ਨੂੰ ਆਣ ਕੇ ਹਿਸਾਬ ਕਿਤਾਬ ਕਰਵਾ ਕੇ ਪੈਸੇ ਲੈ ਜਾਇਆ ਕਰਦੇ ਸਨ। ਤੇ ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਦੁਕਾਨਦਾਰ ਵੀ ਖੁਸ਼ ਹੋ ਗਏ। ਜਿਸ ਵਾਰ 6 ਮਹੀਨੇ ਬੀਤ ਕੇ ਰਤਨ ਰਾਏ ਨੇ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰ ਦਿਓ, ਹੁਣ ਅਸੀਂ ਅਸਾਮ ਨੂੰ ਵੀ ਵਾਪਸ ਜਾਣਾ। ਕਹਿਣ ਲੱਗੇ, ਰਾਜਨ ਜੋ ਤੁਹਾਡੀ ਇੱਛਾ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਦੇ ਘਰ ਤੋਂ ਤੁਹਾਨੂੰ ਦਵਾ ਦਿੰਦੇ ਹਾਂ, ਤੁਹਾਡੇ ਵਾਸਤੇ ਸਦਾ ਵਾਸਤੇ ਵਾਰ ਖੁੱਲ੍ਹੇ ਆ। ਕਹਿਣ ਲੱਗੇ, ਮਹਾਰਾਜ ਜੀ ਸਭ ਕੁਛ ਆਪ ਜੀ ਦਾ ਦਿੱਤਾ ਹੋਇਆ, ਕਿਰਪਾ ਕਰ ਦਿਓ, ਇਸੀ ਤਰ੍ਹਾਂ ਆਪ ਜੀ ਦੇ ਘਰ ਦੀ ਸੇਵਾ ਕਰਵਾਉਂਦੇ ਰਹਿਣਾ। ਤਾਂ ਜਿਸ ਵਕਤ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਦਸ਼ਮੇਸ਼ ਪਿਤਾ ਜੀ ਹੁਣੀ ਸ਼ਾਮ ਦਾ ਪ੍ਰਸ਼ਾਦਾ ਛਕਣੇ ਲੱਗੇ, ਰਤਨ ਰਾਏ ਨੂੰ ਸੰਦੇਸ਼ਾ ਦੇ ਕਰਕੇ ਆਪਣੇ ਮਹਿਲਾਂ ਦੇ ਵਿੱਚ ਬੁਲਾ ਲਿਆ। ਪ੍ਰਸ਼ਾਦਾ ਛਕਣ ਦੇ ਉਪਰੰਤ ਆਪਣਾ ਸੀਤ ਪ੍ਰਸ਼ਾਦ ਰਤਨ ਰਾਏ ਨੂੰ ਹੁਕਮਨਾਮਾ ਜਾਰੀ ਕੀਤਾ, ਰਤਨ ਰਾਏ ਇਹ ਤੁਸੀਂ ਸਾਡਾ ਸੀਤ ਪ੍ਰਸ਼ਾਦ ਛਕ ਲਵੋ। ਜਿਸ ਵਕਤ ਰਤਨ ਰਾਏ ਜੀ ਉਹਨਾਂ ਨੇ ਛਕਿਆ ਤਾਂ ਉਸ ਵਾਰ ਰਤਨ ਰਾਏ ਜੀ ਉਹਨਾਂ ਨੂੰ ਸਾਧ ਸੰਗਤ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਦਸ਼ਮੇਸ਼ ਪਿਤਾ ਜੀ ਨੇ। ਤੇ ਰਤਨ ਰਾਏ ਤਥਾ ਸਾਰੇ ਹੀ ਪਰਿਵਾਰ ਦਸ਼ਮੇਸ਼ ਪਿਤਾ ਜੀ ਉਹਨਾਂ ਦੀ ਸੋਭਾ ਇਸ ਤਰ੍ਹਾਂ ਕਰੀ ਜਾਂਦੇ ਹਨ। ਤੇ ਆਓ ਰਲ ਮਿਲ ਕੇ ਧਾਰਨਾ ਪੜੀਏ। ਮੈਂ ਸੋਭਾ ਸੁਣ ਕੇ ਆਇਆ ਓ ਚਾਦਰ ਬਾਬੇ ਨਾਨਕ ਦਾ, ਓ ਚਾਦਰ ਬਾਬੇ ਨਾਨਕ ਦਾ। ਮੈਂ ਸੋਭਾ ਸੁਣ ਕੇ ਆਇਆ ਓ ਚਾਦਰ ਬਾਬੇ ਨਾਨਕ ਦਾ, ਓ ਚਾਦਰ ਬਾਬੇ ਨਾਨਕ ਦਾ। ਮੈਂ ਸੋਭਾ ਸੁਣ ਕੇ ਆਇਆ ਓ ਚਾਦਰ ਬਾਬੇ ਨਾਨਕ ਦਾ, ਓ ਚਾਦਰ ਬਾਬੇ ਨਾਨਕ ਦਾ। ਮੈਂ ਸੋਭਾ ਸੁਣ ਕੇ ਆਇਆ ਓ ਚਾਦਰ ਬਾਬੇ ਨਾਨਕ ਦਾ, ਚਾਦਰ ਬਾਬੇ ਨਾਨਕ ਦਾ, ਓ ਚਾਦਰ ਬਾਬੇ ਨਾਨਕ ਦਾ, ਓ ਚਾਦਰ ਬਾਬੇ ਨਾਨਕ ਦਾ, ਚਾਦਰ ਬਾਬੇ ਨਾਨਕ ਦਾ, ਓ ਚਾਦਰ ਬਾਬੇ ਨਾਨਕ ਦਾ। ਮੈਂ ਸੋਭਾ ਸੁਣ ਕੇ ਆਇਆ ਓ ਚਾਦਰ ਬਾਬੇ, ਓ ਚਾਦਰ ਬਾਬੇ ਨਾਨਕ ਦਾ। ਮੈਂ ਸੋਭਾ ਸੁਣ ਕੇ ਆਇਆ ਓ ਚਾਦਰ ਬਾਬੇ ਨਾਨਕ ਦਾ, ਚਾਦਰ ਬਾਬੇ ਨਾਨਕ ਦਾ। ਓਜ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗਣ ਤੇਰੇ,
गावत उतरे सणत बेतरे बिन से पाप गनेरे पशु परेत मुगत को तारे पाहन पार उतारे नानक दास तेरी सरनाई सदा सदा बलिहारे तद आगे अरदास हमारी जियो पिंड सब तेरा कहो नानक सब तेरी बड़ियाई कोई नाम न जाने मेरा लख उपमा उपमा करा उपमा न जान लख महात्म न महात्म जान लख औसत करा औसत न सियाण आद पुरख आदेश है निमान निमान जानता मेरा सारी कला तेरे हाथ ना जानता मेरा सारी कला तेरे हाथ महाराज जिन्हों की कृपा दना किनका एक जिस जीव बसावै ताकि महिमा गनी ने आवे। उस वार दशमेश पिता जी ने एक ढाल एक तलवार रतन राय जी उन्होंने गुरु घर जी उन्होंने रखी हुई मर्यादा अनुसार भेटा की, एक दस्तार भी भेटा की। तो हुण महाराज जिन्हों की कृपा दना उस वार रतन राय जी नूं ब्रह्म ਗਿਆਨੀ ਦੀ ਦਾਤ ਬਖਸ਼ਿਸ਼ ਕਰਕੇ ਰਵਾਨਗੀ ਦੇ ਦਿੱਤੀ। ਤੇ ਹੁਣ ਮਹਾਰਾਜ ਇਹਨਾਂ ਦੀ ਕਿਰਪਾ ਦੇ ਨਾਲ ਆਨੰਦਪੁਰ ਸਾਹਿਬ ਤੋਂ ਰਵਾਨਗੀ ਹੁੰਦੇ ਹੋਏ ਅਸਾਮ ਦੀ ਧਰਤੀ ਤੇ ਦੁਬਾਰਾ ਫਿਰ ਪਹੁੰਚ ਗਏ। ਅੱਜ ਵੀ ਇਤਿਹਾਸਕਾਰ ਦੱਸਦੇ ਹਨ ਕਿ ਜਿਹੜੀ ਦਸ਼ਮੇਸ਼ ਪਿਤਾ ਜੀ ਨੇ ਢਾਲ ਤੇ ਤਲਵਾਰ ਰਤਨ ਰਾਏ ਜੀ ਉਹਨਾਂ ਨੂੰ ਸੌਂਪੀ ਸੀ, ਬਖਸ਼ਿਸ਼ ਕਰੀ ਸੀ, ਅੱਜ ਵੀ ਉਹ ਧਰਤੀ ਤੇ ਪਈ ਹੋਈ ਹੈ। ਉਸ ਅਕਾਲ ਪੁਰਖ ਜੀ ਦੀ ਰੱਖੀ ਹੋਈ ਮਰਜ਼ਾਦਾ ਅਨੁਸਾਰ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੋ ਗਾਲੀ ਹੋਸ਼ੀਆਂ। ਤੇ ਆਓ ਮਹਾਰਾਜ ਜੀ ਦੀ ਕਿਰਪਾ ਨਾਲ ਸਮਾਂ ਵੀ ਬਿਆੰਤ ਲੱਗ ਚੁੱਕਿਆ ਅਤੇ ਪ੍ਰਸੰਗ ਵੀ ਪੂਰਾ ਹੋ ਚੁੱਕਿਆ। ਤੇ ਆਓ ਰਲ ਮਿਲ ਕੇ ਭੋਗ ਪਾਈਏ। ਤੇਗ ਬਹਾਦਰ ਸਿਮਰਿਆ ਕਰ ਨਾਮ ਧਿਆਵੈ ਤਾਏ। ਤੇਗ ਬਹਾਦਰ ਕਰ ਨਾਮ ਧਿਆਵੈ ਤਾਏ। ਤੇਗ ਬਹਾਦਰ ਸਿਮਰਿਆ ਕਰ ਨਾਮ ਧਿਆਵੈ ਤਾਏ। ਤੇਗ ਬਹਾਦਰ ਸਿਮਰਿਆ ਕਰ ਨਾਮ ਧਿਆਵੈ ਤਾਏ। ਕਰ ਨਾਮ ਧਿਆਵੈ ਤਾਏ। ਕਰ ਨਾਮ ਧਿਆਵੈ ਬਹਾਦਰ ਸਿਮਰਿਆ ਕਰ ਨਾਮ ਧਿਆਵੈ ਤਾਏ। ਤੇਗ ਬਹਾਦਰ
मुक्ति से मर के कुरान नहीं आए मुक्ति से मर के कुरान नहीं आए अंगत गुर ते अमरदास रामदास होई जाए पर अंगत गुर ते अमरदास रामदास होई सहाय पर अंगत गुर ते अमरदास रामदास होई सहाय अंगत गुर ते अमरदास रामदास होई सहाय अर्जन हर गोबिंद नो सिमरो श्री हरि राय अर्जन हर गोबिंद नो सिमरो श्री हरि राय अर्जन हर गोबिंद नो सिमरो हरि राय अर्जन हर गोबिंद नो सिमरो श्री हरि राय एक बहादुर सिमरिया करना न आवताए एक बहादुर करना न आवताए एक बहादुर सिमरिया करना न आवताए एक बहादुर सिमरिया करना न आवताए करना न आवताए करना न आवताए बहादुर सिमरिया करना न आवताए तेग बहादुर करना न आवताए तेग बहादुर श्री हरि कृष्ण त्याई जिस डिठै सब दुख जाए श्री हरि कृष्ण त्याई जिस डिठै सब दुख जाए श्री हरि सब दुख जाए श्री हरि कृष्ण त्याई जिस सब दुख जाए एक बहादुर सिमरिया करना न आवताए एक बहादुर करना न आवताए एक बहादुर करना न आवताए एक बहादुर सिमरिया करना न आवताए सब थाही होए जाए सब थाही होए जाए सब थाही होए जाए सब थाही होए जाए सब थाही होए सहाय सब थाही होए सहाय एक बहादुर सिमरिया करना न आवताए एक बहादुर करना न आवताए एक बहादुर सिमरिया करना न आवताए एक बहादुर सिमरिया करना न आवताए करना न आवताए करना न आवताए एक बहादुर सिमरिया 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 करना न आवताए लोक पवन
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੋਏ ਖੇਲਾ ਸਗਲ ਜਗਤ ਚੰਗਿਆਈਆਂ ਵਾਚ ਧਰਮ ਹਦੂਰ ਕਰਮੀ ਨਾਮ ਧਿਆਇਆ ਜੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਧਿਆਇਆ ਜੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਤੁਝਾ ਕਰਤ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਦਾਤ ਮੈਂ ਤੁਮੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਹਾਡੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੈ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਕਰਮ ਭਗਵਤੀ ਸਿਮਰ ਕਰ ਗੁਰੂ ਨਾਨਕ ਵਿੱਚ ਆਏ ਕਰੇ ਅੰਗਦ ਗੁਰਤੇ ਅਮਰਦਾਸ ਰਾਮਦਾਸ ਦੇ ਸਹਾਇ ਅਜਿਹਾ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਸ੍ਰੀ ਹਰਿ ਪਿਆਰੇ ਜਿੱਥਾਂ ਸਭ ਜਾਏ ਤੇਗ ਬਹਾਦਰ ਸਿੰਘ ਗਿਆ ਕਰਨੌ ਨਦਾ ਪਿਤਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੀਆਂ ਬਾਜਾਂ ਵਾਲਿਆ ਸਭ ਸੰਗਤ ਹੋਂ ਪਾਤਸ਼ਾਹੀ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਪਾਕ ਦਰਬਾਰ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਗੁਰੂ ਸਾਹਿਬਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੌਕੇ ਹੱਥਾਂ ਜਪੀਆਂ ਪੀੜਾਂ ਬਈਆਂ ਪਿਆਰਿਆਂ ਸਚਿਆਰਿਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੰਡਟ ਕੀਤਾ ਤੇ ਇਹ ਬਾਣੀ ਮੱਥਾ ਕਰਕੇ ਮੰਨਿਆ ਕਿਨਾ ਮਹਾਂਪੁਰਸ਼ਾਂ ਕੇ ਸਿੰਘਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਪੰਜ ਤਖਤ ਸਰਬੱਤ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ जहाँ जहाँ खालसा साहब तहाँ परिचय रहे देव के फतेह बच की पैर पान खालसा जी के बोल बाले बोलना जी ਵਾਹਿਗੁਰੂ सिखा नूं सिखी दान भरोसा दान बुद्ध दान विवेक दान ते अमृतसर साहब जी दा शीशनान चौकियां झंडियां फुगियां जुग जुग तक धर्म का जयकार बोलना जी वाहिगुरू 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 आप जी के खालसे जी का मानी मत मत पद आखे आपका महाराज सच्चा पातशाह जी महाराज चरणा में अरदास बेनतियां सच्चा पातशाह महाराज जी गुरप्रीत सिंह के सारे परिवार ने सच्चा पातशाह महाराज जी बड़े बेनतियां करके पातशाह जो धन धन श्री गुरु ग्रंथ साहिब जी महाराज जी अपने गृह पे जग पा के सच्चा पातशाह महाराज जी संतां दे जग पा के प्रधान महाराज आप जी की बाणी के कीर्तन होए सच्चा पातशाह महाराज जी बाणी पढ़दे को कीर्तन करदे को ज्ञान के अपनी भुलां होईयां जान बच्चे समझ के माफ करना के वास्ते सौ के पाठ बाणी पढ़दा परबसना सच्चा पातशाह पाठ सत्संग दे विच प्रवान करना जी महाराज आइयां संतां दी हाजरियां दा प्रवान करना सच्चा पातशाह जी संतां दा कल कल देखे करवाना सच्चा पातशाह महाराज जी
ਗੁਰਪ੍ਰੀਤ ਸਿੰਘ ਦੇ ਸਾਰੇ ਪਰਿਵਾਰ ਨੇ ਸੱਚਾ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਵਾਸਤੇ ਸੋਹਣ ਦੇ ਪਿਛਾਤ ਤੇ ਮਾਇਆ ਆਦਿ ਭੇਟਾ ਕੀਤੀ ਪਿਤਾ ਜੀ ਮਹਾਰਾਜ ਸਾਰੇ ਪਰਿਵਾਰ ਦੇ ਕਰਦੇ ਕਈ ਦੇਖਣੇ ਪਰਿਵਾਰ ਦਾ ਸਭ ਸ਼ਾਂਤੀ ਬਤਾਉਣੀ ਸੱਚਾ ਪਾਤਸ਼ਾਹ ਮਹਾਰਾਜ ਜੀ ਕਮਾਈਆਂ ਬਚਪਨ ਪਾਉਣੀ ਜੀਆਂ ਨੂੰ ਤੰਦਰੁਸਤੀਆਂ ਬਖਸ਼ਣੀ ਸੱਚਾ ਪਾਤਸ਼ਾਹ ਮਹਾਰਾਜ ਜੀ ਉਹ ਸਾਰੇ ਪਰਿਵਾਰ ਵੱਲੋਂ ਆਪ ਜੀ ਦੇ ਛਕਣ ਵਾਸਤੇ ਪਿਤਾ ਜੀ ਮਹਾਰਾਜ ਕੜਾ ਪ੍ਰਸ਼ਾਦੀਆਂ ਮਿਲਦਾ ਸੱਚੇ ਹਾਜ਼ਰ ਇਹਨਾਂ ਲੋਕਾਂ ਸੱਚੇ ਹਾਜ਼ਰ ਹੋਏ ਸੱਚਾ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਨੂੰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਦੇ ਵਰਤੇ ਜੋ ਜੋ ਛਕੇ ਆਪ ਜੀ ਦਾ ਨਾਮ ਦਿੱਤੇ ਸੱਚਾ ਪਾਤਸ਼ਾਹ ਮਹਾਰਾਜ ਜੀ ਪਵਿੱਤਰ ਹੁਕਮਨਾਮੇ ਬਖਸ਼ੇ ਸੰਤਾਂ ਨੂੰ ਨਿਹਾਲ ਕਰੋ ਸੱਚਾ ਪਾਤਸ਼ਾਹ ਹੁਕਮਨਾਮੇ ਦੀ ਚੱਲਣ ਦੀ ਸਾਰੀ ਸੰਗਤ ਨੂੰ ਬਲ ਤੇ ਬੁੱਧੀ ਬਖਸ਼ੋ ਜੋ ਵੀ ਆਵੇ ਸੋਹ ਆਦਿ ਜਾਵੇ ਕਲਾ ਆਪ ਜੀ ਦੀ ਬਾਤੇ ਸ੍ਰੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਬੜਿਆਂ ਤੇਰਾ ਨਾਮ ਚਰਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸੰਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੀ ਮਾਨਿਓ ਪ੍ਰਗਟ ਰਾਗੀ ਦੇ ਹਿਰਦਾ ਸ਼ੁੱਧ ਹੈ ਕੋਈ ਸ਼ਬਦ ਮੈਲੇ ਕਾ ਖਾਲਸਾ ਆਕੀ ਰਹੇ ਨਾ ਕੋਈ ਵੇਸਾ ਮਿਲਣਗੇ ਬੱਚੇ ਜਨ ਜੋਏ ਜਹਾਜ ਹੈ ਚੜੇ ਸੋਤਰੇ ਪਾਰ ਸਰਦਾ ਕਰ ਸੇਵ ਦਿਵਾਈ ਗੁਰੂ ਪਾਰ ਉਤਾਰਨ ਹਾਰ ਉਹਦੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।